ਜਿੱਦਾਂ ਵੀਰੇ ਤੁਸੀਂ ਕਹਿ ਰਹੇ ਹੋ ਵੀ 2 ਮਹੀਨਿਆਂ ਤੋਂ ਪ੍ਰੋਬਲਮ ਚੱਲ ਰਹੀ ਸੀਗੀ, ਤੁਹਾਡੇ ਕੋਲ ਰਿਕਾਰਡਿੰਗ ਵੀ ਹੈ ਜਿਹਦੇ ਵਿੱਚ ਉਹ ਕਹਿ ਰਹੀ ਹੈ ਕਿ ਮੈਂ ਸੁਸਾਈਡ ਕਰ ਰਹੀ ਹਾਂ, ਕਿਸੇ ਨੂੰ ਕੁਝ ਨਾ ਕਿਹਾ ਜਾਵੇ, ਦਾ ਕੋਈ ਕਸੂਰਵਾਰ ਨਹੀਂ ਹੈ। ਅੱਜ ਮੈਨੂੰ ਫੋਟੋ ਭੇਜੀ ਸੀ ਪਹਿਲਾਂ। ਅੱਛਾ, ਹਾਂਜੀ, ਗਲ 'ਚ ਚੁੰਨੀ ਪਾ ਕੇ ਹੀ ਪਹਿਲਾਂ। ਆ ਲੜਕੀ ਨੇ ਕਿਸ ਦਿਨ ਦੀ ਫੋਟੋ ਹੈ ਤੁਹਾਨੂੰ? ਇਹ ਮਹੀਨਾ ਕੁ ਪਹਿਲਾਂ ਦੀ ਗੱਲ ਹੋਊਗੀ ਇਹ। सारे जने मैं एक गल कहना चाहनी, मैं जो भी कर रही हूँ मैं अपनी मर्जी ना कर रही हूँ, किसी का कोई कसूर नहीं, किसी को कुछ ना कहा जाए, क्योंकि मैं मेंटली बहुत ज़्यादा डिस्टर्ब हूँ। मैं समझ नहीं पा रही मैंने की करना चाहिए की नहीं। सही डिसीजन ना लैंड फोन करके मैं सुसाइड कर रही हूँ, प्लीज किसी ने कुछ ना कहा जाए। मतलब प्रेजेंटली ना तो किते पढ़ रही सी ते ना वो किते काम कर रही सीगी, और उसका जिहड़ा वीज़ा सीगा वो भी एक्सपायर हो चुका सी, मतलब एक तरह का इलीगल वो उत्थे स्टे कर रही सीगी। उस दिन ये गल कह के आई सी भी उन्होंने इंडिया मंगा दो, असी इंडिया मंगाउण तो पहलां भी ਉਹਦੇ ਨਾਮ ਤੇ 1 ਕਿੱਲਾ ਜ਼ਮੀਨ ਦਾ ਲਵਾ ਦਿੰਦੇ ਵੀ ਇਹ ਨਾ ਹੋਵੇ ਵੀ ਤੁਸੀਂ ਵੀ ਤੁਹਾਨੂੰ ਐਂ ਲੱਗੇ ਵੀ ਇੰਡੀਆ ਮੰਗਾ ਕੇ ਵੀ ਤਲਾਕ ਨਾ ਦੇ ਦੇਣ, ਕਿਤੇ ਇਹ ਨਾ ਕਰ ਦੇਣਾ। ਉਸ ਤੋਂ ਬਾਅਦ ਉਹਨਾਂ ਨਾਲ ਗੱਲ ਕੀਤੀ ਸੀ, ਉਹਨਾਂ ਨਾਲ ਗੱਲ ਉਹ ਚਲੋ ਗਲਤ ਬੋਲੇ, ਮੈਂ ਉਹਨਾਂ ਨਾਲ ਫੋਨ 'ਤੇ ਰਿਕਾਰਡਿੰਗ 'ਤੇ ਲਾ ਲਿਆ। ਅਸੀਂ ਇਹ ਗੱਲ ਕਹੀ ਚਲੋ ਕੋਈ ਗੱਲ ਨਹੀਂ ਵੀ ਫੇਲ ਵੀ ਹੋ ਗਈ ਕੁਛ ਵੀ ਆ, ਚਲੋ ਨਹੀਂ ਮਤਲਬ ਪੜ੍ਹਾਈ 'ਤੇ ਹੈ ਨਹੀਂ ਸੀ ਉਹ, ਅਸੀਂ ਉਹਨੂੰ ਵੀ ਇੰਡੀਆ ਮੰਗਾ ਲੈਂਦੇ ਹਾਂ। ਉਹ ਕਹਿੰਦੇ ਕੋਈ ਗੱਲ ਨਹੀਂ ਵੀ ਇੰਡੀਆ, ਹਾਂ ਇਹੀ ਬਣਦਾ ਸੀ ਕਿਉਂਕਿ ਇੱਧਰ ਹੈ ਨਹੀਂ ਸੀ, ਕਿਉਂਕਿ ਉਹ ਕਹਿੰਦੇ ਸੀ ਵੀ ਤੁਸੀਂ ਵਰਕ ਪਰਮਿਟ 'ਤੇ ਵੀ ਲਾਓ, ਵੀ ਵਰਕ ਪਰਮਿਟ ਲੈ ਕੇ ਦਿਓ ਉਹਨੂੰ। 25 ਤੋਂ ਕੋਈ 35 ਲੱਖ ਰੁਪਈਆ ਦਾ ਉਹਨਾਂ ਨੇ ਕੋਈ ਗੱਲ ਕੀਤੀ, ਉਹਨੇ 25 ਤੋਂ 35 ਲੱਖ ਰੁਪਈਆ ਲੱਗਦਾ ਵਾ ਵੀ ਵਰਕ ਪਰਮਿਟ ਲੈ ਕੇ ਦਿਓ। ਅਸੀਂ ਕਿਹਾ ਵੀ ਨਹੀਂ, ਜੇ ਤਾਂ ਵਰਕ ਪਰਮਿਟ ਹੁਣ 1 ਸਾਲ ਦੀ, ਜੇ ਉਹ ਕੋਈ ਕੰਮ ਵੀ ਕਰਨਾ ਹੁੰਦਾ ਉਹਨੇ 1 ਸਾਲ ਪਹਿਲਾਂ ਵੀ ਕੰਮ ਕਰ ਲੈਣਾ ਸੀ। ਉਦੋਂ ਪਹਿਲਾਂ ਵੀ ਰਿਕਾਰਡਿੰਗਾਂ ਹੈਗੀਆਂ, ਜੇ ਮਦਰ ਨਾਲ ਗੱਲ ਕੀਤੀ ਸੀ, ਮਦਰ ਥੋੜ੍ਹਾ ਜਿਹਾ ਗਲਤ ਬੋਲੀ ਆ। ਮੈਂ ਤਾਂ ਲੜ ਪੈਂਦੀ ਮੇਰੇ ਨਾਲ, ਫਿਰ ਉਹ ਕੰਮ ਚੱਲਦਾ ਉਧਰ ਮੈਨੂੰ ਘਰ ਦੀ ਗਾਲਾਂ ਕੱਢਦੇ, ਕਹਿੰਦੇ ਤੂੰ ਬੋਲਦੀ ਵੱਧ ਵਾ। ਤੁਸੀਂ ਨਾ ਕਹੋ ਨਾ ਕਿਸੇ, ਤੁਸੀਂ ਪਿਆਰ ਨਾਲ ਗੱਲ ਕਰੋ ਨਾ। ਮੈਨੂੰ ਤਾਂ ਗੁੱਸਾ ਕਰਦਾ ਜਦੋਂ ਜਵਾਬ ਕਿਸੇ ਝੱਪਦੇ ਨਾਲ ਆਹ ਮਰਨ ਮੁਰਨ ਵਾਲੀ ਤਾਂ ਗੱਲਾਂ ਕਰੋ ਨਾ, ਫਿਰ ਟੈਨਸ਼ਨ ਲਊਗੀ ਉਹ। ਮਤਲਬ ਹੋਰ ਕੁੜੀ ਬਣ ਕੇ ਉਹਨੇ ਆਪ ਹੀ ਮੈਨੂੰ ਮੈਸੇਜ ਕਰਤੇ ਸੀ, ਮੈਨੂੰ ਕਹਿੰਦੀ ਵੀ ਮੈਂ ਉਹਦੀ ਫਰੈਂਡ ਬੋਲ ਰਹੀ ਹਾਂ, ਵੀ ਇਹਨੇ ਨਾ ਮਤਲਬ ਕੋਈ ਦਵਾਈ ਕੋਈ ਨਹੀਂ ਕਿਹੜੀ ਕਹਿੰਦੀ ਸੀ ਉਹ ਪੀ ਲਈ, ਵੀ ਅਸੀਂ ਜਦੋਂ ਰੂਮ 'ਚ ਆਏ ਆ ਉਹ ਕੀਤਾ। ਮੈਨੂੰ ਇਹ ਗੱਲ ਕੀਤੀ ਆ, ਪਰ ਮੈਨੂੰ ਕਹਿੰਦੀ ਵੀ ਉੱਧਰ ਵੀ ਫੋਨ ਲਾਤਾ, ਵੀ ਮੰਮੀ ਡੈਡੀ ਹੋਣਾ ਵੀ ਗੱਲ ਕੀਤੀ ਆ। ਮੈਂ ਜਦੋਂ ਉਹਨਾਂ ਨੂੰ ਇਹ ਗੱਲ ਕੀਤੀ ਉਹ ਕਹਿੰਦੇ ਸਾਨੂੰ ਤਾਂ ਕਿਸੇ ਕੁੜੀ ਦਾ ਫੋਨ ਹੀ ਨਹੀਂ ਆਇਆ ਸੀ। ਮਤਲਬ ਇਹ ਵੀ ਦੇਖ ਲਓ ਇੱਕ ਤਰ੍ਹਾਂ ਦਾ ਝੂਠ ਮੈਨੂੰ ਉਹ ਕਰ ਰਹੀ ਸੀ। ਸਹੁਰਾ ਸਾਹਿਬ ਨੂੰ ਵੀ ਇੱਕ ਰਿਕਾਰਡਿੰਗ ਆਏ, ਗਲ 'ਚ ਚੁੰਨੀ ਪਾ ਕੇ ਮੈਨੂੰ ਉਵੇਂ ਫੋਟੋਆਂ ਭੇਜੀਆਂ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸ਼ਬਦ ਚੈਨਲ ਤੇ ਮੈਂ ਹਾਂ ਆਕਾਂक्षा। ਬੀਤੀ 21 ਜੁਲਾਈ ਨੂੰ ਜ਼ਿਲ੍ਹਾ ਮੋਗਾ ਦੇ ਪਿੰਡ ਖਾਈ ਦੀ ਇੱਕ ਨੌਜਵਾਨ ਲੜਕੀ ਜਿਹੜੀ ਹੈ ਉਹ ਬਰੈਂਪਟਨ ਵਿਖੇ ਕੈਨੇਡਾ ਵਿਖੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦੀ ਹੈ। ਕੁੜੀ ਵਿਆਹੀ ਹੋਈ ਸੀਗੀ ਔਰ 2019 ਦੇ ਵਿੱਚ ਉਸ ਦੀ ਸ਼ਾਦੀ ਹੁੰਦੀ ਹੈ। ਅਸੀਂ ਉਸ ਲੜਕੀ ਦੇ ਸਹੁਰੇ ਪਰਿਵਾਰ ਵਿਖੇ ਮੌਜੂਦ ਹਾਂ। ਜਦੋਂ ਵੀ ਕੋਈ ਲੜਕੀ ਆਪਣੀ ਜੀਵਨ ਲੀਲਾ ਸਮਾਪਤ ਕਰਦੀ ਹੈ ਤਾਂ ਅਕਸਰ ਕੀ ਅਸੀਂ ਦੇਖਦੇ ਹਾਂ ਕਿ ਜਿਹੜਾ ਸਹੁਰਾ ਪਰਿਵਾਰ ਹੈ ਉਹ ਆਪਣੇ ਘਰ ਤੋਂ ਗਾਇਬ ਹੋ ਜਾਂਦਾ, ਅੰਡਰਗਰਾਊਂਡ ਹੋ ਜਾਂਦਾ ਹੈ। ਪਰ ਅੱਜ ਉਹਨਾਂ ਦੇ ਜਿਹੜੇ ਹਸਬੈਂਡ ਨੇ ਉਹ ਆਪਣਾ ਪੱਖ ਦੱਸਣ ਵਾਸਤੇ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਪਿਤਾ ਜੀ ਨਾਲ ਨੇ, ਔਰ ਇਹ ਨਰੈਣਗੜ੍ਹ ਸੋਹੀਆਂ ਪਿੰਡ ਦੇ ਮੌਜੂਦਾ ਸਰਪੰਚ ਨੇ। ਮੌਤਬਰ ਪਰਿਵਾਰ ਹੈ ਤੇ ਆਪਣੀ ਗੱਲਬਾਤ ਰੱਖਣ ਦੇ ਲਈ ਸਾਡੇ ਨਾਲ ਜੁੜੇ ਨੇ, ਕਿਉਂਕਿ ਜੋ ਲੜਕੀ ਵਾਲੇ ਦੇ ਪਰਿਵਾਰ ਵਾਲੇ ਨੇ ਉਹ ਬਹੁਤ ਗੱਲਾਂ ਜਿਹੜੀਆਂ ਕੈਮਰੇ ਦੇ ਸਾਹਮਣੇ ਆ ਕੇ ਕਰ ਰਹੇ ਨੇ, ਔਰ ਕਈ ਤਰ੍ਹਾਂ ਦੇ ਜਿਹੜੇ ਦੂਸ਼ਣ ਨੇ ਉਹ ਸਹੁਰਾ ਪਰਿਵਾਰ ਦੇ ਉੱਪਰ ਮੜ ਰਹੇ ਨੇ। ਕੀ ਇਹਨਾਂ ਦਾ ਪੱਖ ਹੈ ਅਸੀਂ ਸੁਣ ਲੈਂਦੇ ਹਾਂ। ਕਦੋਂ ਤੁਹਾਡੀ ਸ਼ਾਦੀ ਹੈ ਜਿਹੜੀ ਮੁਕੰਮਲ ਹੁੰਦੀ ਹੈ ਤੇ ਕਿਸ ਤਰ੍ਹਾਂ ਜਿਹੜਾ ਇਹ ਤੁਹਾਡਾ ਰਿਸ਼ਤਾ ਇਹ ਨੇਪਰੇ ਚੜ੍ਹਦਾ ਹੈ? ਸਾਡਾ ਜੀ 4 ਅਗਸਤ ਨੂੰ ਮੈਰਿਜ ਸੀ 2019 'ਚ, ਅਤੇ ਉਸ ਤੋਂ ਪਹਿਲਾਂ 2 ਮਹੀਨਾ 1.5 ਮਹੀਨਾ ਪਹਿਲਾਂ ਦੇਖ ਰੇਖ ਜਿਵੇਂ ਵੀ ਸੀ, ਗੁਰਦੁਆਰੇ ਅਸੀਂ ਦੀਨਾ ਸਾਹਿਬ ਗਏ, ਉੱਥੇ ਗੱਲ ਕੀਤੀ। ਸਾਡੇ ਵਿਚੋਲਾ ਸੀ, ਸਾਡੇ ਪਿੰਡੋਂ ਸੀ, ਉਹਨਾਂ ਦੇ ਰਿਸ਼ਤੇਦਾਰੀ ਸੀ ਉਹਨਾਂ ਵਿਚੋਲਿਆਂ ਨਾਲ। ਉਹਨਾਂ ਨੇ ਸਾਨੂੰ ਦੱਸ ਪਾਈ, ਅਸੀਂ ਦੇਖੇ, ਅਸੀਂ ਗਏ ਜਿੱਦੇ ਦੇਖੇ ਉਹਨੂੰ ਪਹਿਲੀ ਵਾਰ ਕੀਤਾ ਵੀ ਹਾਂ ਅਸੀਂ ਕੋਈ ਗੱਲ ਨਹੀਂ ਵੀ ਠੀਕ ਆ। ਪਰ ਅਸੀਂ ਇਹ ਗੱਲ ਕੀਤੀ ਸੀ ਵੀ ਜੇ ਵੀਜ਼ਾ ਲੱਗ ਜੇ ਚਾਹੇ ਨਾ ਲੱਗੇ, ਪਰ ਅਸੀਂ ਮੈਰਿਜ ਪਹਿਲਾਂ ਕਰਾਉਣੀ ਆ, ਵੀ ਸਾਨੂੰ ਇਹ ਨਹੀਂ ਹੈਗਾ ਵੀ ਉਹਦਾ ਵੀਜ਼ਾ ਆਇਆ ਨਹੀਂ ਸੀ। ਅਸੀਂ ਇਹ ਗੱਲ ਪਹਿਲਾਂ ਹੀ ਕਹਿਤੀ ਸੀ ਵੀ ਅਸੀਂ ਮੈਰਿਜ ਪਹਿਲਾਂ ਹੀ ਕਰਾਉਣੀ ਆ, ਵੀ ਸਾਨੂੰ ਕੈਨੇਡਾ ਦਾ ਨਹੀਂ ਹੈਗਾ, ਵੀ ਚਲੋ ਕੁੜੀ ਵਧੀਆ ਨੇਚਰ ਦੀ ਵਧੀਆ ਸੀ। ਅਤੇ ਉਸ ਤੋਂ ਬਾਅਦ 4 ਅਗਸਤ ਨੂੰ ਸਾਡੀ ਮੈਰਿਜ ਆਈ। ਫਿਰ ਅਸੀਂ ਘੁੰਮ ਫਿਰ ਕੇ ਵੀ ਆਏ ਵਧੀਆ।
ਗੁਰਦੁਆਰਿਆਂ 'ਚ ਵੀ ਗਏ, ਸਾਰੇ ਕਿਤੇ ਗਏ। 25 ਅਗਸਤ ਨੂੰ ਉਹਦਾ ਵੀਜ਼ਾ ਆਉਂਦਾ ਜੀ। ਉਸ ਤੋਂ ਬਾਅਦ 10 ਕੁ ਦਿਨ ਬਾਅਦ ਉਹ ਚਲੀ ਜਾਂਦੀ ਹੈ ਜੀ। ਹਾਂਜੀ, ਫਿਰ ਅਸੀਂ ਫਾਈਲ ਪਹਿਲੀ ਉਦੋਂ 2019 'ਚ 10ਵੇਂ 11ਵੇਂ ਮਹੀਨੇ 'ਚ ਕਰਦੇ ਸੀ, ਡਾਕੂਮੈਂਟ ਸਾਰੇ ਤਿਆਰ ਕਰ ਲਏ ਸੀ, ਪਰ ਜਸਪ੍ਰੀਤ ਨੂੰ ਉੱਧਰੋਂ ਡਾਕੂਮੈਂਟ ਮਿਲੇ ਨਹੀਂ ਸੀ ਕਾਲਜ। ਤੁਹਾਡੇ ਨਾਲ ਸ਼ਾਦੀ ਹੁੰਦੀ ਹੈ ਇੱਥੇ, ਤੁਹਾਡੇ ਨਾਲ ਕਿੰਨਾ ਟਾਈਮ ਰਹਿੰਦੇ ਨੇ ਉਹ ਜਾਣ ਤੋਂ ਪਹਿਲਾਂ? 1 ਮੰਥ ਰਹਿੰਦੇ ਜੀ ਮੇਰੇ ਨਾਲ ਇੱਥੇ। ਵਧੀਆ ਖੁਸ਼ ਸੀਗੀ ਉਸ ਸਮੇਂ ਇੱਥੇ ਜਦੋਂ ਰਹੇ ਤਾਂ? ਅਸੀਂ ਸਾਰੀਆਂ ਫੋਟੋਗ੍ਰਾਫ ਹੈਗੇ ਹਰੇਕ ਕਿਤੇ ਘੁੰਮਦੇ ਫਿਰਦੇ ਸੀ, ਕਿਤੇ ਵੀ ਡੇਲੀ ਜਾਂਦੇ ਸੀ, ਡੇਲੀ ਮਤਲਬ ਕਿਤੇ ਵੀ ਜਾਂਦੇ ਫੋਟੋ ਸ਼ੂਟ ਕਰਦੇ ਸੀ, ਕਿਤੇ ਵੀ ਸਾਰੇ ਸਾਡੇ ਕੋਲ ਫੋਟੋਆਂ ਵੀਡੀਓ ਵਧੀਆ ਹੈਗੇ ਸੀ। ਸਹੁਰਾ ਪਰਿਵਾਰ ਵੀ ਮੇਰੇ ਨਾਲ ਜਾਂਦੇ ਸੀ, ਕਿਤੇ ਘੁੰਮਣ ਫਿਰਨ ਜਾਂਦੇ ਉਹਨਾਂ ਨਾਲ ਲੈ ਕੇ ਜਾਂਦਾ ਸੀ ਕਈ ਵਾਰ ਤਾਂ ਜੀ। ਹਾਂਜੀ, ਫਿਰ ਫਾਈਲ ਦਾ 10ਵੇਂ 11ਵੇਂ ਮਹੀਨੇ ਡਾਕੂਮੈਂਟ ਨਹੀਂ ਮਿਲੇ ਜੀ ਕੋਈ ਉੱਧਰੋਂ। ਫਿਰ ਅਸੀਂ ਚਲੋ 12ਵੇਂ ਮਹੀਨੇ 'ਚ ਉਹਨੂੰ 20 ਕੁ ਛੁੱਟੀਆਂ ਹੈਗੀਆਂ ਸੀ ਉਹਦੀਆਂ, 20-25 ਛੁੱਟੀਆਂ ਸੀ, ਉਹਨੂੰ ਅਸੀਂ ਇੱਧਰ ਬੁਲਾ ਲਿਆ ਸੀ। ਇਸੇ ਕਰਕੇ ਚਲੋ ਵਧੀਆ ਇਕੱਠੇ ਨਾਲੇ ਟਾਈਮ ਸਪੈਂਡ ਕਰ ਲਾਂਗੇ, ਨਾਲੇ ਘੁੰਮ ਫਿਰ ਆਵਾਂਗੇ। ਉਹਨੂੰ ਫਿਰ 14 ਦਸੰਬਰ ਨੂੰ 14 ਪਤਾ ਨਹੀਂ 15 ਦਸੰਬਰ ਨੂੰ ਉਹ ਇੰਡੀਆ ਆ ਜਾਂਦੀ ਹੈ ਜੀ ਇੱਥੇ। ਅੱਛਾ, ਹਾਂਜੀ 2019 ਚ ਜੀ, 19 ਦੇ ਵਿੱਚ 4-5 ਮੰਥ ਬਾਅਦ ਹੀ ਆ ਜਾਂਦੀ ਆ ਉਹ। ਚਲੋ ਆਉਂਦੇ ਆ, ਅਸੀਂ ਘੁੰਮ ਫਿਰ ਕੇ ਆਉਂਦੇ ਆ ਜੀ। ਮਲੇਸ਼ੀਆ ਜਾਂਦੇ ਆ, ਮਲੇਸ਼ੀਆ ਅਸੀਂ ਕ੍ਰਿਸਮਿਸ 'ਤੇ ਦੋਨੋਂ ਨੇ ਮਲੇਸ਼ੀਆ ਗਏ ਜੀ ਅਸੀਂ। ਉਦੋਂ ਬਾਅਦ ਜਨਵਰੀ 'ਚ 4-5 ਤਰੀਕ ਨੂੰ ਉਹ ਚਲੀ ਜਾਂਦੀ ਹੈ ਫਿਰ ਵਾਪਸ ਕੈਨੇਡਾ। ਫਿਰ ਮਹੀਨੇ ਕੁ ਬਾਅਦ ਅਸੀਂ ਫਾਈਲ ਲਾ ਦਿੰਦੇ ਹਾਂ, ਪਰ ਜਦੋਂ ਨੇ ਫਾਈਲ ਦਾ ਜਿਹੜੀ ਪਹਿਲੇ ਇੱਥੋਂ ਆਫਰ ਲੈਟਰ ਲੈ ਕੇ ਗਈ ਸੀ, ਸਟੱਡੀ ਲੈ ਕੇ ਗਈ ਸੀ, ਉਹ ਇੱਥੋਂ ਹੋਰ ਲੈ ਕੇ ਦਿੱਤੀ ਸੀ ਉਹਨੇ, ਪਰ ਉੱਥੇ ਜਾ ਕੇ ਚੇਂਜ ਕਰ ਲਈ। ਉਹਦਾ ਕੀ ਕਾਰਨ ਸੀ? ਉਹਨੇ ਮੈਨੂੰ ਕਿਹਾ ਵੀ ਉਹ ਕਾਲਜ ਜਾਣੇ ਨੇ ਫਸਟ ਸਮੈਸਟਰ ਕਰਕੇ ਵੀ ਕੋਈ ਗਾਂਹ ਲੈ ਸੈਕੰਡ ਸਮੈਸਟਰ ਮੈਨੂੰ ਦਿੱਤਾ ਨਹੀਂ ਹੈਗਾ ਕੋਈ। ਮੈਂ ਕਿਹਾ ਟਰਾਂਸਕ੍ਰਿਪਟ, ਉਹ ਕਹਿੰਦੀ ਟਰਾਂਸਕ੍ਰਿਪਟ ਮਿਲੀ ਨਹੀਂ, ਵੀ ਕੋਈ ਸਿਸਟਮ 'ਚ ਪ੍ਰੋਬਲਮ ਹੋ ਗਈ ਵੀ ਇੱਥੇ ਕਾਲਜ ਨਹੀਂ ਆ। ਉਹਨੇ ਸੈਕੰਡ ਆਫਰ ਲੈਟਰ ਲੈ ਲਈ ਉੱਥੇ ਲੰਡਨ ਸ਼ਹਿਰ 'ਚ ਸੀ ਉੱਥੇ ਹੀ ਉਹਨੇ ਲਈ। ਉਦੋਂ ਬਾਅਦ ਚਲੋ ਮਹੀਨਾ 1.5 ਮਹੀਨੇ ਬਾਅਦ ਅਸੀਂ ਫਰਵਰੀ 'ਚ ਫਾਈਲ ਲਾਤੀ ਜੀ ਮੈਂ ਆਪਦੀ, ਪਰ ਡਾਕੂਮੈਂਟ ਸਾਰੇ ਹੈ ਨਹੀਂ ਸੀ, ਕਿਉਂਕਿ ਇੱਕ ਤਾਂ ਅੰਬੈਸੀ ਚਾਹੀਦੀ ਹੈ, ਟਰਾਂਸਕ੍ਰਿਪਟ ਵੀ ਵਾਈਫ ਨੇ ਕੋਈ ਪਹਿਲਾ ਸਮੈਸਟਰ ਕਲੀਅਰ ਕੀਤਾ ਵਾ, ਉਹਦੀ ਕੋਈ ਟਰਾਂਸਕ੍ਰਿਪਟ ਜਾਂ ਕਲੀਅਰੈਂਸ ਸਰਟੀਫਿਕੇਟ ਕੋਈ ਵੀ ਆ ਉਹ ਹੈ ਨਹੀਂ ਸੀ ਕੋਈ। ਉੱਦਾਂ ਹੀ ਫਾਈਲ ਲਾਤੀ, ਉਹ ਵੀਜ਼ਾ ਰਿਜੈਕਟ ਹੋ ਗਿਆ 10 ਦਿਨਾਂ ਬਾਅਦ ਹੀ। ਫਿਰ ਸੈਕੰਡ ਟਾਈਮ 10 ਕੁ ਦਿਨਾਂ ਬਾਅਦ ਹੀ ਫਿਰ ਫਾਈਲ ਲਾਤੀ, ਕੋਈ ਹੋਰ ਫੋਟੋਗ੍ਰਾਫ ਲਾ ਕੇ ਸਾਰਾ ਕੁਝ ਕਰਕੇ ਹੀ ਲਾਤੀਆਂ ਫਾਈਲ, ਪਰ ਫਿਰ ਵੀਜ਼ਾ ਹੋ ਗਿਆ, ਰਿਜੈਕਟ ਹੋ ਗਿਆ ਜੀ। ਉਦੋਂ ਬਾਅਦ ਫਿਰ ਉਹਨੇ 2 ਸਮੈਸਟਰ ਉੱਥੇ ਰਹੀ, 9ਵੇਂ ਮੰਥ 'ਚ ਹੀ ਫਿਰ ਬਰੈਂਪਟਨ 'ਚ ਆ ਜਾਂਦੀ ਹੈ ਉਹ ਕਹਿੰਦੀ ਮੇਰਾ ਇੱਥੇ ਨਹੀਂ। ਮੈਂ ਕਿਹਾ ਚਲੋ ਭੂਆ ਦੀ ਕੁੜੀਆਂ ਹੈਗੀਆਂ ਇੱਥੇ ਵੀ ਉੱਥੇ ਆ ਜਾ। ਉਹ ਪਰ ਉੱਥੇ ਨਹੀਂ, ਕੁੜੀਆਂ ਕੋਲੇ ਰਹਿਣ ਲੱਗ ਜਾਂਦੀ ਉੱਥੇ ਨਹੀਂ ਗਈ, ਕੁੜੀਆਂ ਕੋਲੇ ਉੱਥੇ ਰਹਿਣ ਲੱਗ ਗਈ ਹੋਰ ਬਰੈਂਪਟਨ ਆ ਕੇ। ਉਹਨੇ ਇੱਥੇ ਆ ਕੇ ਤੀਜੀ ਆਫਰ ਲੈਟਰ ਇੱਕ ਹੋਰ ਲੈ ਲਈ। ਅੱਛਾ, ਹਾਂਜੀ, ਤੀਜੀ ਇੱਕ ਸਟੱਡੀ ਉਹਨੇ ਇੱਥੋਂ ਹੋਰ ਚੇਂਜ ਕਰ ਲਈ, ਸਟੱਡੀ ਆ ਕੇ ਉਹਨੇ ਹੋਰ ਲੈ ਲਈ। ਉਹਦੀਆਂ ਵੀ ਫੀਸਾਂ ਮੈਂ ਭਰੀਆਂ, ਅਤੇ ਲੰਡਨ ਸ਼ਹਿਰ 'ਚ ਵੀ ਚਲੋ ਪਹਿਲਾਂ ਜਿੰਨੀਆਂ ਹੈਗੀਆਂ ਸਾਰੀਆਂ ਫੀਸਾਂ ਇੱਧਰੋਂ ਮੈਂ ਭੇਜੀਆਂ। ਫਿਰ 2020 'ਚ ਹੀ 12ਵੇਂ ਮਹੀਨੇ 'ਚ ਫਾਈਲ ਲਾਤੀ ਮੈਂ ਦੁਬਾਰੇ ਫਿਰ, ਪਰ ਉਦੋਂ ਵੀ ਡਾਕੂਮੈਂਟ ਚਾਹੀਦੇ ਹੁੰਦੇ ਆ ਜੀ। ਏਜੰਟ ਜਿਹਨੂੰ ਫਾਈਲ ਲਵਾਈ ਆ ਉਹ ਕਹਿੰਦੇ ਵੀ ਕੋਈ ਵਾਈਫ ਦਾ ਕੋਈ ਜਿੰਨੇ ਵੀ ਕੋਈ ਕਲੀਅਰੈਂਸ ਸਰਟੀਫਿਕੇਟ ਆ ਜਾਂ ਕੋਈ ਟਰਾਂਸਕ੍ਰਿਪਟਾਂ ਉਹ ਦਿਓ, ਪਰ ਉਹ ਜਸਪ੍ਰੀਤ ਕਹਿੰਦੀ ਸੀ ਵੀ ਲੋਕਡਾਊਨ ਕਰਕੇ ਮਿਲ ਨਹੀਂ ਰਹੀਆਂ, ਜਦੋਂ ਸਾਰਾ ਕੰਪਲੀਟ ਹੋ ਜੂ ਉਦੋਂ ਮਿਲਣਗੀਆਂ। ਅਸੀਂ ਉਵੇਂ ਫਾਈਲ ਲਾਤੀ ਜੀ ਸਾਰੇ ਕਰਕੇ, ਜਿੰਨੇ ਇੱਧਰੋਂ ਮੈਂ ਆਪਦੇ ਡਾਕੂਮੈਂਟ ਤਿਆਰ ਕਰਕੇ ਫਾਈਲ ਲਾਤੀ। ਫਿਰ ਜਨਵਰੀ 'ਚ ਉਹਨੂੰ ਕੋਈ ਇੱਕ ਮੈਨੂੰ ਕਹਿੰਦੀ ਸਕੋਲਰਸ਼ਿਪ ਮਿਲੀ ਆ। ਅੱਛਾ, ਹਾਂਜੀ, ਕਹਿੰਦੀ ਵੀ ਲੰਡਨ ਜਿਹੜੇ ਕਾਲਜ ਆ ਉਹ 'ਚੋਂ ਕੋਈ ਮੈਨੂੰ ਸਕੋਲਰਸ਼ਿਪ ਮਿਲੀ ਆ 4.5 ਲੱਖ ਰੁਪਈਆ। ਉਹ ਕਹਿੰਦੀ ਵੀ ਮੈਨੂੰ ਸਾਰੇ ਉਧਰ ਚਾਹੀਦੇ ਆ, ਮੰਮੀ ਡੈਡੀ ਨੂੰ ਚਾਹੀਦਾ ਵਾ ਵੀ ਪੈਸੇ। ਉਹਨੇ ਜਨਵਰੀ 'ਚ 2021 'ਚ ਉਹਨਾਂ ਨੂੰ ਚਾਹੀਦਾ ਸੀ, ਪਰ ਸਹੁਰਾ ਸਾਹਿਬ ਨੂੰ ਨਹੀਂ ਪਤਾ ਸੀ, ਮੰਮੀ ਅਤੇ ਬ੍ਰਦਰ ਨੂੰ ਪਤਾ ਸੀ ਜਸਪ੍ਰੀਤ ਦੇ, ਉਹਨਾਂ ਨੂੰ ਪਤਾ ਸੀ। ਉਹਨੇ ਉਹਨਾਂ ਨੂੰ ਭੇਜਿਆ ਜੀ 4.25 ਲੱਖ ਰੁਪਈਆ ਹੋਊਗਾ, ਉਹਨੇ ਉਹਨਾਂ ਨੂੰ ਭੇਜਿਆ ਵੀ ਉਹ ਕਹਿੰਦੇ ਵੀ ਮੋੜ ਦਾਂਗੇ, ਥੋੜ੍ਹੇ ਟਾਈਮ ਸਾਨੂੰ ਚਾਹੀਦੇ ਆ। ਚਲੋ ਮੇਰਾ ਕੋਈ ਰਿਜ਼ਲਟ ਨਹੀਂ ਆਇਆ, ਉਵੇਂ ਲੰਘੀ ਗਿਆ ਜੀ। ਉਹਨੇ ਫਿਰ ਜਿਹੜਾ ਜਨਵਰੀ ਇਨਟੇਕ ਸੀ ਉਹਨੇ ਸਟੱਡੀ ਕੀਤੀ ਵੀ ਨਹੀਂ ਹੈਗੀ ਉਹ, ਕਿਉਂਕਿ ਮੈਨੂੰ ਗੱਲਾਂ 'ਚ ਲੱਗ ਰਿਹਾ ਸੀ, ਜਾਂ ਚਲੋ ਮੈਂ ਮੰਮੀ ਨੂੰ ਪਤਾ ਸੀ ਸਾਰੀ ਗੱਲਬਾਤ ਜੀ, ਖਾਈ ਵਾਲੀ ਮੰਮੀ ਨੂੰ ਮੈਂ ਗੱਲ ਕਰਦਾ ਸੀ, ਉਹਨਾਂ ਨੂੰ ਸਾਰੀ ਗੱਲ ਪਤਾ ਸੀ। ਉਦੋਂ ਬਾਅਦ ਉਹਦਾ ਵੀਜ਼ਾ ਵੀ ਐਕਸਪਾਇਰ ਹੋ ਜਾਂਦਾ 2021 'ਚ 7ਵੇਂ ਮਹੀਨੇ 'ਚ ਜੀ, 31 ਜੁਲਾਈ ਨੂੰ ਉਹਦਾ ਵੀਜ਼ਾ ਐਕਸਪਾਇਰ ਹੋ ਜਾਂਦਾ ਜੀ ਪਿਛਲੇ ਸਾਲ। ਹੁਣ ਨਾ ਤਾਂ ਜੀ ਉਹ ਕੰਮ ਜਾਂਦੀ ਸੀ, ਮੈਨੂੰ ਕਹਿੰਦੀ ਸੀ ਕੰਮ ਦੇ ਇੱਥੇ ਡਾਲਰ ਘੱਟ ਮਿਲਦੇ ਆ, ਵੀ ਮੈਨੂੰ ਕੰਮ ਵੀ ਪੈਸੇ ਚਾਹੀਦੇ ਆ, ਜਦੋਂ ਚਲੋ ਥੋੜ੍ਹੇ ਘਣੇ ਕਰ ਦਿੰਦੇ ਸੀ, ਮੈਂ ਭੇਜ ਦਿੰਦਾ ਜੀ ਇੱਧਰੋਂ ਪੈਸੇ, ਕਿਉਂਕਿ
ਉਹਨੇ ਖਾਣ ਪੀਣ ਦੇ ਹੋਰ ਜਿੰਨੇ ਉਹਨਾਂ ਰਹਿਣ ਦਾ ਖਰਚਾ ਸੀ ਸਾਰਾ ਮੈਂ ਭੇਜਦਾ ਸੀ, ਕਿਤੇ 500 ਕਿਤੇ 600 ਕਿਤੇ 300 ਜੇ ਕਿਤੇ ਮੰਥਲੀ ਭੇਜਦੇ ਸੀ? ਨਹੀਂ, ਜੇ ਕਈ ਵਾਰ ਮੈਂ 500-600 ਭੇਜ ਦਿੰਦਾ ਸੀ, ਫਿਰ 2 ਮੰਥ ਬਾਅਦ 2.5 ਮੰਥ ਬਾਅਦ ਭੇਜ ਦਿੰਦਾ ਸੀ। ਉਦੋਂ ਬਾਅਦ ਚਲੋ ਮੰਮੀ ਨਾਲ ਮੈਂ ਬਥੇਰਾ ਗੱਲ ਕੀਤੀ, ਮੰਮੀ ਨੂੰ ਮੈਂ ਬਹੁਤ ਕਿਹਾ, ਸੱਸ ਨੂੰ ਆਪਦੀ ਜੀ ਅਤੇ ਜਸਪ੍ਰੀਤ ਦੀ ਮੰਮੀ ਨੂੰ, ਉਹਨੂੰ ਮੈਂ ਕਿਹਾ, ਮੈਂ ਕਿਹਾ ਮੰਮੀ ਵੀ ਕੋਈ ਮੈਨੂੰ ਟਰਾਂਸਪੋਰਟਾਂ ਨਹੀਂ ਦੇ ਰਹੀਆਂ, ਵੀ ਆਪਾਂ ਵੀ ਕੋਈ ਕਰੀਏ, ਜੇ ਨਾ ਕੋਈ ਹੱਲ ਵੀ ਤੁਸੀਂ ਦੱਸੋ, ਕੋਈ ਪਿਆਰ ਨਾਲ ਪੁੱਛੋ ਉਹਨੂੰ ਆਇਆ। ਉਹਨੇ ਮੈਨੂੰ 2-3 ਵਾਰੀ ਜਦੋਂ ਗੱਲ ਕੀਤੀ, ਉਹ ਥੋੜ੍ਹਾ ਜਿਹਾ ਰੂਡਲੀ ਨਹੀਂ ਗੱਲ ਕਰਦੇ ਸੀ, ਉਹ ਮੈਨੂੰ ਵੀ ਗਲਤ ਬੋਲ ਰਹੇ ਸੀ। ਚਲੋ ਮੇਰੇ ਨਾਲ ਨਹੀਂ, ਚਲੋ ਕੋਈ ਗੱਲ ਨਹੀਂ ਲਾਉਂਦੇ ਸੀ ਜਸਪ੍ਰੀਤ ਨਾਲ ਸਿਰੇ ਵੀ ਹਾਂ ਵੀ ਤੂੰ ਦੱਸ ਸੱਚ ਕੀ ਆ। ਉਹ ਤਾਂ ਅੱਗੋਂ ਇਹ ਕਹਿ ਦਿੰਦੀ ਸੀ ਜੇ ਉਹ ਇੰਡੀਆ ਹੁੰਦੀ ਮੈਂ ਤਾਂ ਗੋਲੀ ਮਾਰ ਦਿੰਦੀ। ਤੁਹਾਡੇ ਮਦਰ ਇਨ ਲਾਅ? ਹਾਂਜੀ, ਮਦਰ ਇਨ ਲਾਅ। ਉਹਨਾਂ ਨੇ ਇਹ ਗੱਲ ਕਹੀ ਜੇ ਇੰਡੀਆ ਹੁੰਦੀ ਮੈਂ ਗੋਲੀ ਮਾਰ ਦਿੰਦੀ। ਉਹ ਤੋਂ ਬਹੁਤ 2-3 ਇੱਕ ਵਾਰੀ ਨਹੀਂ 2-3 ਵਾਰੀ, ਜਦੋਂ ਪਹਿਲਾਂ ਇੱਕ ਵਾਰੀ ਕਹੇ ਸੀ ਉਹਨੇ, ਚਲੋ ਉਦੋਂ ਬਾਅਦ ਮੈਂ ਉਹਨਾਂ ਦੀ ਰਿਕਾਰਡਿੰਗ ਕਰਨ ਲੱਗ ਜਾਂਦਾ ਸੀ ਕਿਉਂਕਿ ਗਲਤ ਬੋਲਦੇ ਸੀ। ਮੈਂ ਰਿਕਾਰਡਿੰਗ ਕੀਤੀ ਉਹਨਾਂ ਨੇ ਰਿਕਾਰਡਿੰਗ 'ਚ ਇਹ ਗੱਲ ਕਹੀ ਆ ਵੀ ਜੇ ਇੰਡੀਆ ਹੁੰਦੀ ਮੈਂ ਗੋਲੀ ਮਾਰ ਦਿੰਦੀ। ਫਿਰ ਜਸਪ੍ਰੀਤ ਦੇ ਬ੍ਰਦਰ ਦਾ ਹੀ ਚਲੋ ਦੇਖ ਰੇਖ ਸਾਰੀ ਉਹਨੇ ਮੈਰਿਜ ਸੀ, ਉਹਨਾਂ ਦੀ ਦੇਖ ਰੇਖ ਸਾਰਾ ਜਿੰਨਾ ਵੀ ਚਲੋ ਮੈਂ ਲਾ ਕੇ ਮੂਹਰੇ ਲਾ ਕੇ ਕੀਤਾ ਜੀ, ਜਿੰਨਾ ਵੀ ਹੈਗਾ ਸੀ ਉਹਦੀ ਮੈਰਿਜ। ਅਤੇ ਜਸਪ੍ਰੀਤ ਸਾਨੂੰ ਕਹਿੰਦੀ ਸੀ ਵੀ ਮੈਂ ਇੰਡੀਆ ਆ ਜਾਊਂਗੀ। ਉਹ ਆਪ ਨਹੀਂ ਆਏ ਹੈਗੇ ਵਿਆਹ ਤੇ ਆਪਣੇ ਬ੍ਰਦਰ ਦੇ? ਉਹਦਾ ਹੀ ਮੈਨੂੰ ਕਹਿੰਦੀ ਸੀ ਵੀ ਵੀਜ਼ਾ ਹੈ ਨਹੀਂ ਸੀ, ਐਕਸਪਾਇਰ ਹੋ ਗਿਆ ਸੀ। ਉਹ ਕਹਿੰਦੀ ਵੀਜ਼ਾ ਵੱਧ ਜੂਗਾ ਵੀ ਤੁਸੀਂ ਮੈਰਿਜ, ਪਹਿਲਾਂ ਅਸੀਂ ਫਰਵਰੀ 'ਚ ਮੈਰਿਜ ਕਰਦੇ ਸੀ ਆ ਹੁਣ 2022 'ਚ, ਉਹ ਕਹਿੰਦੀ ਵੀਜ਼ਾ ਵੱਧ ਜੂਗਾ ਵੀ ਜਦੋਂ ਵੀਜ਼ਾ ਵੱਧ ਗਿਆ ਮੈਂ ਆ ਜਾਊਂਗੀ। ਚਲੋ ਮੈਂ ਉਹਨਾਂ ਨਾਲ ਗੱਲ ਕਰਕੇ ਹੀ, ਉਹਨਾਂ ਨੇ ਫਰਵਰੀ ਰੱਖ ਲਈ ਸੀ ਡੇਟ, ਪਹਿਲਾਂ ਤਾਂ ਫਾਈਨਲ ਨਹੀਂ ਕੀਤਾ ਸੀ ਡੇਟ। ਮੈਂ ਉਹਨਾਂ ਨੂੰ ਕਿਹਾ ਵੀ ਆਪਾਂ ਮਹੀਨਾ ਲੇਟ ਕਰ ਲੈਣਾ ਵੀ ਜਸਪ੍ਰੀਤ ਵੀ ਉਦੋਂ ਆ ਜਾਊਗੀ। ਮੈਂ 1 ਮੰਥ ਜਸਪ੍ਰੀਤ ਦੇ ਕਹਿਣ 'ਤੇ ਚਲੋ ਲੇਟ ਵੀ ਕਰਾਇਆ ਉਹਨਾਂ ਨਾਲ, ਪਰ ਉਹ ਫਿਰ ਵੀ ਨਹੀਂ ਆਈ। ਅਸੀਂ 28 ਮਾਰਚ ਰੱਖ ਲਈ ਸੀ ਮੈਰਿਜ ਉਹਨਾਂ ਦੀ। ਹਾਂਜੀ, ਫਿਰ ਸਾਰਾ ਜਿੰਨਾ ਵੀ ਮੈਰਿਜ ਦਾ ਦੇਖ ਰਹੇ ਕੱਪੜੇ ਕੁਛ ਵੀ ਆਈ ਸਾਰਾ ਮੈਂ ਲਾ ਕੇ ਮੂਹਰੇ ਨਾਲ ਲਾ ਕੇ ਰਿਹਾ ਵੀ ਉੱਥੇ ਮੈਰਿਜ 'ਤੇ ਵੀ ਆ, ਉਹ ਵੀ ਜਾਂਦਾ ਆਉਂਦਾ ਕਿਤੇ ਸਹੁਰਾ ਸਾਹਿਬ ਨੂੰ ਵੀ। ਉਹ ਤਾਂ ਵੈਸੇ ਵੀ ਰਿਸਪੌਂਸਿਬਿਲਟੀ ਸੀ ਤੁਹਾਡੀ ਐਜ਼ ਜਵਾਈ? ਪੂਰਾ ਵਧੀਆ, ਹਾਂਜੀ। ਵਾਈਫ ਅਸੀਂ ਸਾਰਾ ਕੁਛ ਮੈਰਿਜ 'ਤੇ ਆ। ਵਾਈਫ ਨੂੰ ਵੀ ਮੈਂ ਪੁੱਛਿਆ ਵੀ ਉਹਨੂੰ ਗਿਫਟ ਕੀ ਦੇਈਏ ਆਪਾਂ, ਵੀ ਸਾਲੇ ਹਾਰ ਨੂੰ ਗਿਫਟ ਕੀ ਦੇਈਏ ਅਤੇ ਨਾਲੇ ਸਾਲੇ ਨੂੰ ਵੀ ਕੀ ਗਿਫਟ ਦੇਈਏ ਉਹਨਾਂ ਨੂੰ, ਮੈਂ ਵੀ ਦੱਸ ਦਿਓ ਮੈਨੂੰ। ਉਹਨੇ ਮੈਨੂੰ ਕਿਹਾ ਵੀ ਚਲੋ ਤੁਸੀਂ ਦੇਖ ਲਓ। ਮੈਂ ਕਿਹਾ ਵੀ ਐਂ ਨਾ ਹੋਵੇ ਵੀ ਉਹਦੇ ਮਨ 'ਚ ਵੀ ਮੇਰੇ ਬ੍ਰਦਰ ਨੂੰ ਕੋਈ ਗਿਫਟ ਨਹੀਂ ਦਿੱਤਾ, ਵੀ ਜੇ ਆਪ ਵੀ ਹੁੰਦੀ ਇੱਥੇ ਉਹਨੇ ਗਿਫਟ ਲੈ ਕੇ ਦੇਣਾ ਹੀ ਸੀ ਉਹਨੂੰ। ਵਧੀਆ ਗਿਫਟ ਜੀ ਦੋਨਾਂ ਨੂੰ ਅਸੀਂ ਮਤਲਬ ਵਧੀਆ ਗਿਫਟ ਲੈ ਕੇ ਦਿੱਤਾ। ਸੋਨੇ ਦੀ ਸਾਂਪ ਉਹਨੂੰ ਪਾਈ ਆ ਅਤੇ ਸੋਨੇ ਦੀ ਸਾਲੇ ਹਾਰ ਨੂੰ ਦੋਨਾਂ ਨੂੰ ਪਾਈ ਆ ਜੀ। ਉਸ ਤੋਂ ਬਾਅਦ ਥੋੜ੍ਹੇ ਦਿਨਾਂ ਬਾਅਦ ਜਦੋਂ ਹੋਈ ਗੱਲ ਜੀ, ਸਹੁਰਾ ਸਾਹਿਬ ਨੂੰ ਵੀ ਪਤਾ ਲੱਗ ਗਈ ਗੱਲਬਾਤ ਇਹ ਵੀ ਇਹ ਕਰਕੇ ਉਹਦੇ ਕੋਲ ਨਾ ਵੀਜ਼ਾ ਵਾ ਅਤੇ ਨਾ ਕੋਈ ਡਾਕੂਮੈਂਟ ਨਹੀਂ ਦੇ ਰਹੀ। ਮੈਂ ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੇ ਚਲੋ ਆਪ ਵੀ ਥੋੜ੍ਹਾ ਜਿਹਾ ਹੋਇਆ। ਫਿਰ ਉਹਨਾਂ ਨੇ ਥੋੜ੍ਹੀ ਗੱਲ ਹੋ ਗਈ। ਫਿਰ ਅਸੀਂ ਆਈਲੈਟਸ ਦੁਬਾਰਾ ਕਰਾ ਲਿਆ ਜਦੋਂ ਨਹੀਂ ਮਿਲ ਰਿਹਾ ਸੀ ਕਾਲਜ 'ਚੋਂ, ਉੱਥੋਂ ਨਾ ਤਾਂ ਕੋਈ ਟਰਾਂਸਕ੍ਰਿਪਟਾਂ ਮਿਲ ਰਹੀਆਂ ਸੀ ਅਤੇ ਨਾ ਕੋਈ ਉਹ ਦੱਸ ਰਹੀ ਸੀ। ਮੈਂ ਨਾਲੇ ਤਾਂ ਆਈਲੈਟਸ ਦਾ ਪੇਪਰ ਦੁਬਾਰੇ ਭਰਤਾ ਜੀ, ਨਾਲੇ ਮੈਂ ਕਾਲਜ ਨਹੀਂ ਇੱਧਰੋਂ ਮੈਂ ਮੇਲ ਕੀਤੀਆਂ ਜੀ, ਦੋਨੇ ਕਾਲਜਾਂ ਨੂੰ ਮੇਲ ਕਰਕੇ ਉਹਦੀਆਂ ਟਰਾਂਸਕ੍ਰਿਪਟਾਂ ਵੀ ਕੀਤੀਆਂ ਵੀ ਉਹਦੀਆਂ ਟਰਾਂਸਕ੍ਰਿਪਟਾਂ ਜਾਂ ਰਿਕੁਐਸਟ ਭੇਜੀ, ਇੱਧਰੋਂ ਔਨਲਾਈਨ ਭੇਜੀ। ਅਤੇ ਉਹ ਮੈਨੂੰ ਨਾਲੇ ਤਾਂ ਇਹ ਰਿਜ਼ਲਟ ਆ ਜਾਂਦਾ ਅਤੇ ਨਾਲੇ ਟਰਾਂਸਕ੍ਰਿਪਟਾਂ 1-2 ਦਿਨ ਪਹਿਲਾਂ ਆ ਜਾਂਦੀਆਂ। ਮੈਂ ਟਰਾਂਸਕ੍ਰਿਪਟਾਂ ਨਹੀਂ ਦਿਖਾਈਆਂ ਸੀ ਉਹਨਾਂ ਨੂੰ ਅਤੇ ਰਿਜ਼ਲਟ ਆ ਜਾਂਦਾ, ਪਰ ਜਸਪ੍ਰੀਤ ਨੂੰ ਪਤਾ ਲੱਗ ਜਾਂਦਾ ਵੀ ਟਰਾਂਸਕ੍ਰਿਪਟਾਂ ਆ ਗਈਆਂ। ਟਰਾਂਸਕ੍ਰਿਪਟ 'ਚ ਬਿਲਕੁਲ ਹੀ ਜ਼ੀਰੋ ਆਉਂਦੀ ਹੈ ਜੀ। ਹਾਂਜੀ, ਅਤੇ ਜਦੋਂ ਆਈਲੈਟਸ ਦਾ ਉਹਦਾ ਰਿਜ਼ਲਟ ਆਉਂਦਾ ਅਤੇ ਉਹਦੇ ਆਈਲੈਟਸ ਉਹ ਬੈਂਡ ਘੱਟ ਜਾਂਦੇ ਜੀ। ਹਾਂਜੀ, ਉਹਨੇ ਫਿਰ ਫੋਨ ਨਹੀਂ ਚੱਕਿਆ। ਜਿੱਦਾਂ ਆਈਲੈਟਸ ਦਾ ਰਿਜ਼ਲਟ ਆਉਂਦਾ ਜੀ, ਭੂਆ ਦਾ ਮੁੰਡਾ ਉਹਦਾ ਬਰਥਡੇ ਸੀ, ਉਹ ਸਾਰਾ ਕੁਛ ਮੈਨੂੰ ਪੁੱਛ ਕੇ ਗਈ ਵੀ ਮੈਂ ਜਾਣਾ ਵਾਂ ਵੀ ਕੀ ਗਿਫਟ ਲੈ ਕੇ ਜਾਵਾਂ। ਮੈਂ ਕਿਹਾ ਵੀ ਤੂੰ ਦੇਖ ਲਾ। ਉਹ ਕੇਕ ਲੈ ਕੇ ਆਈ ਸੀ, ਮਤਲਬ ਗਿਫਟ ਵੀ ਕੇਕ ਲੈ ਆਈ ਅਤੇ ਨਾਲੇ ਕੱਪੜੇ ਸਾਰਾ ਕੁਛ ਇੱਦਾਂ ਨਹੀਂ ਵੀ ਮੈਨੂੰ ਪੁੱਛ ਕੇ ਜਾਂਦੀ ਵੀ ਮੈਂ ਕੀ ਕਰਾਂ ਵੀ ਕੀ ਪਾ ਕੇ ਜਾਵਾਂ। ਉਦੋਂ ਬਾਅਦ ਜਦੋਂ ਗਿਫਟ ਉਹਦਾ ਰਿਜ਼ਲਟ ਆ ਜਾਂਦਾ ਪਰ ਉਹ ਬਰਥਡੇ 'ਤੇ ਨਹੀਂ ਜਾਂਦੀ ਅਤੇ ਘਰੇ ਹੀ ਆ, ਨਾ ਉਹਨੇ ਸਾਡਾ ਫੋਨ ਚੱਕਿਆ ਜੀ। 5-6 ਦਿਨ ਫੋਨ ਨਹੀਂ ਚੱਕਿਆ ਸਾਡਾ। ਇਹ 2 ਮਹੀਨੇ ਪਹਿਲਾਂ ਦੀ ਗੱਲ ਆਈ। ਹਾਂਜੀ, ਉਦੋਂ ਜਦੋਂ ਉਹਦਾ ਰਿਜ਼ਲਟ ਆਉਂਦਾ ਫਿਰ ਡੈਡੀ ਨੇ ਵੀ ਫੋਨ ਬਹੁਤ ਲਾਇਆ ਜੀ। ਡੈਡੀ ਦੇ ਫੋਨ 'ਚੋਂ ਮੇਰੀ ਰਿਕਾਰਡਿੰਗ ਆਪਾਂ ਤੂੰ ਫੋਨ ਚੱਕ ਲਾ, ਕੋਈ ਗੱਲ ਨਹੀਂ ਵੀ ਜੇ ਤੇਰਾ ਰਿਜ਼ਲਟ ਨਹੀਂ ਵਧੀਆ ਆਇਆ ਆਈਲੈਟਸ ਡੈਡੀ ਦੇ ਫੋਨ 'ਚ ਹੈਗੀ ਰਿਕਾਰਡਿੰਗ, ਮੇਰੇ 'ਚ ਵੀ ਹੈਗੀ ਆ। ਮੈਂ ਵੀ ਭੇਜੀਆਂ ਮਤਲਬ ਫੋਨ 'ਤੇ, ਵੈਸੇ ਮਤਲਬ ਰਿਕਾਰਡਿੰਗ ਵਾਇਸ ਮੈਸੇਜ ਭੇਜਿਆ। ਹਾਂ, ਵਾਇਸ ਮੈਸੇਜ, ਉਹਦਾ ਕੋਈ ਰਿਪਲਾਈ ਨਹੀਂ ਆਇਆ ਜੀ। ਉਹ ਸੀਨ ਕਰਕੇ ਛੱਡ ਦਿੰਦੀ ਸੀ। ਮੰਮੀ ਦਾ ਫੋਨ ਚੈੱਕ ਕਰੋਗੇ, ਮੰਮੀ ਦਾ ਪਹਿਲਾਂ ਵੀ ਮੇਰੇ ਫੋਨ 'ਚ ਵੀ ਹੈਗਾ ਜੀ, ਪਹਿਲਾਂ ਵੀ ਪੁਰਾਣੀਆਂ ਰਿਕਾਰਡਿੰਗਾਂ ਜਾਂਦੇ, ਕਈ ਵਾਰ 2-3 ਦਿਨ ਫੋਨ ਨਹੀਂ ਚੱਕਦੀ ਸੀ। ਮੰਮੀ ਨੇ ਬਹੁਤ ਪੁੱਤ ਫੋਨ ਚੱਕ ਲਾ, ਮੈਂ ਕਿੰਨਾ ਟਾਈਮ ਹੋ ਗਿਆ ਤੈਨੂੰ ਫੋਨ ਲਾਈ ਜਾਂਦੀ ਨੂੰ। ਮੈਂ ਹਾਂਜੀ ਮੰਮਾ ਜੀ ਉਹਨੂੰ ਫੋਨ ਲਾਉਂਦੇ ਸੀ।
ਫਿਰ ਜਦੋਂ ਉਹਦਾ ਇਹ ਕੀਤਾ ਨਹੀਂ ਅਸੀਂ ਮੈਂ ਮਤਲਬ ਜਸਪ੍ਰੀਤ ਦੀ ਮੰਮੀ ਨਾਲ ਉੱਧਰ ਗੱਲ ਕੀਤੀ, ਖਾਈ ਉਹਨਾਂ ਨਾਲ ਗੱਲ ਕੀਤੀ। ਮੈਂ ਕਿਹਾ ਜੀ ਫੋਨ ਨਹੀਂ ਚੱਕਦੀ। ਉਹ ਕਹਿੰਦੇ ਕੋਈ ਗੱਲ ਨਹੀਂ ਚੱਕ ਲੂਗੀ। ਉਹਨਾਂ ਸ਼ਾਮ ਨੂੰ ਫੇਰ ਗੱਲ ਕੀਤੀ। ਮੈਂ ਕਿਹਾ ਵੀ ਫੇਰ ਨਹੀਂ ਫੋਨ ਚੱਕਿਆ ਉਹਨਾਂ ਨੇ ਘੱਟੋ ਘੱਟ 5-7 ਦਿਨ ਬਾਅਦ ਇੱਥੇ ਸੋਈਆਂ ਆਉਂਦੇ ਜੀ ਸਾਡੇ ਕੋਲ। ਫੋਨ ਦੇਖੋ ਜਿੱਦਾਂ ਦਾ ਰਿਜ਼ਲਟ ਹੈ ਉਸ ਦਿਨ ਤੋਂ ਲੈ ਕੇ 5-7 ਦਿਨ ਬਾਅਦ ਸਾਡੇ ਕੋਲ ਆਉਂਦੇ ਆ, ਸਾਡੇ ਕੋਲ ਗੱਲ ਕਰਦੇ ਆ, ਕੋਈ ਗੱਲ ਨਹੀਂ। ਮੈਂ ਨਾਲ ਦੀਆਂ ਕੁੜੀਆਂ ਨੂੰ ਲਾਇਆ, ਚਲੋ ਉਹਨਾਂ ਨੇ ਵਧੀਆ, ਚਲੋ ਜਿਵੇਂ ਵੀ ਹੈਗਾ ਸੀ, ਜਿਵੇਂ ਉਹਨੇ ਦੱਸਿਆ ਵਾ ਜਸਲੀਨ ਕੁੜੀ ਨੇ, ਠੀਕ ਆ। ਉਹ ਤੇ ਲਾਈਵ ਚੱਲਿਆ ਉਹਨਾਂ ਦੇ, ਉਹਦੇ ਸੋਹ ਦੇ ਦੱਸਿਆ ਵੀ ਉਹ ਕੰਮ 'ਤੇ ਨਹੀਂ ਜਾਂਦੀ। ਤੁਹਾਡੇ ਕੰਨਿਓ ਤਾਂ ਨਹੀਂ ਕਦੇ ਕੋਈ ਪ੍ਰੈਸ਼ਰ ਪਾਇਆ ਗਿਆ ਵੀ ਤੁਸੀਂ ਤਲਾਕ ਦਿਓ ਮੈਨੂੰ, ਜਾਂ ਤੁਸੀਂ ਜਿਹੜੇ ਪੈਸੇ ਲਾਏ ਆ ਉਹ ਵਾਪਸ ਕਰੋ? ਕੋਈ ਇਸ ਤਰ੍ਹਾਂ ਦੀ ਗੱਲ ਤਾਂ ਨਹੀਂ ਕੀਤੀ ਗਈ ਕਦੇ? ਨਹੀਂ, ਇੱਦਾਂ ਕੋਈ ਨਹੀਂ। ਅਸੀਂ ਜਿਵੇਂ ਉੱਧਰ ਮਦਦ ਕਰਦੀ ਸੀ, ਸੱਸ ਨੇ ਇਹ ਗੱਲ ਕਹੀ ਆ ਵੀ ਉਹਨੇ ਇੰਟਰਵਿਊ 'ਚ ਕਿਸੇ 'ਚ ਕਿਹਾ ਵਾ ਵੀ ਇਹ 1.5 ਸਾਲ ਪਹਿਲਾਂ ਵੀ ਮੇਰੀ ਸਿਸਟਰ ਕਹਿ ਰਹੀ ਸੀ ਵੀ ਇਹ ਤਲਾਕ ਇਹਨਾਂ ਦਾ ਦਵਾ ਦੀ ਆਪਾਂ ਕਰ ਦਈਏ। ਪਰ ਜੇ ਇਹ 1.5 ਸਾਲ ਦੀ ਗੱਲ ਪਹਿਲਾਂ ਸੀ, ਉਹਨਾਂ ਨੇ ਕੋਈ ਗੱਲ ਨਹੀਂ ਕੀਤੀ, ਅਤੇ ਫਿਰ ਮੈਂ ਹੁਣ 2-2.5 ਮਹੀਨੇ ਪਹਿਲਾਂ ਹੁਣ ਮੈਰਿਜ 'ਤੇ ਮਤਲਬ ਬ੍ਰਦਰ ਦੀ, ਜਸਪ੍ਰੀਤ ਦੇ ਬ੍ਰਦਰ ਦੀ ਮੈਰਿਜ 'ਤੇ ਸਾਰੇ ਜਣੇ ਗਏ ਸੀ। ਫਿਰ ਜੇ ਇਹ ਗੱਲ ਕੋਈ ਗੱਲ ਹੁੰਦੀ ਇੱਦਾਂ ਦੀ, ਕੋਈ ਕਹਿੰਦੇ ਅਸੀਂ, ਫਿਰ ਸਾਨੂੰ ਕਿਉਂ ਅਸੀਂ ਜਾਂਦੇ ਜੀ? ਕੋਈ ਨੋਰਮਲੀ ਸਾਰਾ ਵਧੀਆ ਸੀ। ਪਰ ਆਹ 2 ਮੰਥ ਦਾ ਹੀ ਥੋੜ੍ਹਾ ਜਿਹਾ ਜਾ ਕੇ, ਉਹ ਵੀ ਹੋਰ ਕਿਸੇ ਨੇ ਨਹੀਂ ਕੀਤਾ ਜੀ, ਜਸਪ੍ਰੀਤ ਦੇ ਬ੍ਰਦਰ ਅਤੇ ਉਹਨਾਂ ਦੇ ਮਦਰ ਨੇ ਥੋੜ੍ਹਾ ਜਿਹਾ ਉਹ ਕੀਤਾ ਹੈ। ਉਹ ਇੰਡੀਆ ਹੁਣ ਹਾਂ ਥੋੜ੍ਹਾ ਜਿਹਾ ਸਾਡੇ ਨਾਲ ਕਰਨ ਲੱਗ ਗਏ ਸੀ। ਉਹਨੂੰ ਅਸੀਂ ਕਿਹਾ ਵੀ ਤੂੰ ਇੰਡੀਆ ਆ ਜਾ। ਅਸੀਂ ਲੜਕੀ ਤੁਹਾਡੇ ਨਾਲ ਫੋਨ ਤੇ ਗੱਲ ਕਰ ਰਹੀ ਸੀਗੀ ਕਿ ਨਹੀਂ? ਮੇਰੇ ਨਾਲ ਲੜਕੀ ਮੇਰੇ ਨਾਲ ਫੋਨ 'ਤੇ ਗੱਲ, ਚਲੋ ਉਦੋਂ 5-6 ਦਿਨ ਉਹਨੇ ਫ਼ੋਨ ਨਹੀਂ ਚੱਕਿਆ। ਉਦੋਂ ਬਾਅਦ ਜਦੋਂ ਫ਼ੋਨ ਚੱਕਿਆ ਅਸੀਂ ਗਏ ਉੱਥੇ ਹੀ, ਉਹ ਸਾਨੂੰ ਗਲਤ ਬੋਲਣ ਲੱਗ ਗਏ ਉੱਥੇ। ਹਾਂਜੀ, ਸਹੁਰਾ ਸਾਹਿਬ ਥੋੜ੍ਹਾ ਗਲਤ ਬੋਲੇ। ਕਿੰਨੀ ਤਰੀਕ ਨੂੰ ਗਏ ਸੀ ਤੁਸੀਂ? ਸਾਡੇ ਕੋਈ ਯਾਦ ਨਹੀਂ, 1.5 ਮੰਥ ਹੋ ਗਿਆ ਹੋਊਗਾ ਜੀ। ਹਾਂਜੀ, ਜਦੋਂ ਰਿਜ਼ਲਟ ਆਉਂਦਾ ਵਾ, ਰਿਜ਼ਲਟ ਤੋਂ 10 ਕੁ ਦਿਨ ਬਾਅਦ ਅਸੀਂ ਗਏ ਸੀ। ਜਦੋਂ ਹੁਣ ਆਈਲੈਟਸ ਦਾ ਰਿਜ਼ਲਟ ਆਉਂਦਾ ਜੀ, ਉਦੋਂ ਅਸੀਂ ਇੱਥੇ ਗਏ। ਮੈਨੂੰ ਲੱਗਦਾ 1 ਤਾਰੀਖ ਸੀ, ਪਤਾ ਨਹੀਂ 2 ਤਾਰੀਖ ਸੀ। ਹਾਂਜੀ, ਅਸੀਂ ਉੱਥੇ ਜਾ ਕੇ ਚਲੋ ਸਾਰੇ ਭੂਆ ਮਤਲਬ ਫੁੱਫੜ ਵਰਗੇ, ਡੈਡੀ ਹੁਣੀ, ਇੱਧਰੋਂ ਸਾਰੇ ਰਿਸ਼ਤੇਦਾਰ ਜਿੰਨੇ ਵੀ ਹੈਗੇ ਸੀ, ਸਾਰੇ ਰਿਸ਼ਤੇਦਾਰ, ਚਾਚੇ ਹੁਣੀ, ਸਾਰੇ ਗਏ ਅਸੀਂ ਉੱਥੇ। ਇਹਨਾਂ ਨਾਲ ਗੱਲ ਕੀਤੀ ਅਸੀਂ ਕਿ ਵੀ ਚਲੋ ਉਹ ਫੇਲ ਵੀ ਹੋ ਗਈ ਨਾ, ਰਿਜ਼ਲਟ ਦਿਖਾਤਾ ਵੀ ਨਾਲੇ ਤਾਂ ਜਿੰਨੀ ਸਟੱਡੀ ਕੀਤੀ ਆ ਵੀ ਸਟੱਡੀ ਦਾ ਵੀ ਫੇਲ ਹੋ ਗਈ। ਇੱਕ ਸਟੱਡੀ ਜਿਹੜੀ ਸੈਕਿੰਡ ਆਫਰ ਲੈਟਰ ਆਈ ਉਹਦਾ ਤਾਂ ਕੁਛ ਪਤਾ ਹੀ ਨਹੀਂ ਲੱਗਿਆ ਜੀ। ਉਹਦੇ ਆਫਰ ਲੈਟਰ ਮੈਂ ਪੈਸੇ ਭਰੇ ਆ ਜੀ ਇੱਧਰੋਂ, ਉਹਦਾ ਨਾ ਤਾਂ ਕੋਈ ਰਿਜ਼ਲਟ ਆਇਆ ਜੀ। ਬਾਕੀਆਂ ਦਾ ਜਿਹੜੇ 2 ਆਫਰ ਲੈਟਰਾਂ ਦਾ ਸੀ ਉਹਦਾ ਰਿਜ਼ਲਟ ਆਇਆ ਮੇਰੇ ਕੋਲੇ, ਉਹ 'ਚ 0 ਆ। ਹੁਣ ਮਤਲਬ ਪ੍ਰੈਜ਼ੈਂਟਲੀ ਨਾ ਤਾਂ ਉਹ ਕਿਤੇ ਪੜ੍ਹ ਰਹੀ ਸੀ ਤੇ ਨਾ ਉਹ ਕਿਤੇ ਕੰਮ ਕਰ ਰਹੀ ਸੀਗੀ, ਔਰ ਉਸ ਦਾ ਜਿਹੜਾ ਵੀਜ਼ਾ ਸੀਗਾ ਉਹ ਵੀ ਐਕਸਪਾਇਰ ਹੋ ਚੁੱਕਾ ਸੀ। ਮਤਲਬ ਇੱਕ ਤਰ੍ਹਾਂ ਦਾ ਇਲੀਗਲ ਉਹ ਉੱਥੇ ਸਟੇ ਕਰ ਰਹੀ ਸੀਗੀ। ਉਸ ਤੋਂ ਬਾਅਦ ਉਹਨਾਂ ਨਾਲ ਗੱਲ ਕੀਤੀ ਸੀ, ਉਹਨਾਂ ਨਾਲ ਗੱਲ, ਉਹ ਚਲੋ ਗਲਤ ਬੋਲੇ। ਮੈਂ ਉਹਨਾਂ ਨਾਲ ਫੋਨ 'ਤੇ ਰਿਕਾਰਡਿੰਗ 'ਤੇ ਲਾ ਲਿਆ। ਅਸੀਂ ਇਹ ਗੱਲ ਕਹੀ ਚਲੋ ਕੋਈ ਗੱਲ ਨਹੀਂ ਵੀ ਫੇਲ ਵੀ ਹੋ ਗਈ, ਕੁਛ ਵੀ ਆ, ਚਲੋ ਨਹੀਂ ਮਤਲਬ ਪੜ੍ਹਾਈ ਦੇ ਹੈ ਨਹੀਂ ਸੀ ਉਹ, ਅਸੀਂ ਉਹਨੂੰ ਵੀ ਇੰਡੀਆ ਮੰਗਾ ਲੈਂਦੇ ਹਾਂ। ਉਹ ਕਹਿੰਦੇ ਕੋਈ ਗੱਲ ਨਹੀਂ ਵੀ ਇੰਡੀਆ, ਹਾਂ ਇਹੀ ਬਣਦਾ ਸੀ ਕਿਉਂਕਿ ਇੱਧਰ ਹੈ ਨਹੀਂ ਸੀ। ਕਿਉਂਕਿ ਉਹ ਕਹਿੰਦੇ ਸੀ ਵੀ ਤੁਸੀਂ ਵਰਕ ਪਰਮਿਟ 'ਤੇ ਵੀ ਲਾਓ, ਵੀ ਵਰਕ ਪਰਮਿਟ ਲੈ ਕੇ ਦਿਓ ਉਹਨੂੰ। 25 ਤੋਂ ਕੋਈ 35 ਲੱਖ ਰੁਪਈਆ ਦਾ ਉਹਨਾਂ ਨੇ ਕੋਈ ਗੱਲ ਕੀਤੀ, ਉਹਨੇ 25 ਤੋਂ 35 ਲੱਖ ਰੁਪਈਆ ਲੱਗਦਾ ਵਾ, ਵੀ ਵਰਕ ਪਰਮਿਟ ਲੈ ਕੇ ਦਿਓ। ਅਸੀਂ ਕਿਹਾ ਵੀ ਨਹੀਂ, ਜੇ ਤਾਂ ਵਰਕ ਪਰਮਿਟ ਹੁਣ 1 ਸਾਲ ਦੀ, ਜੇ ਉਹ ਕੋਈ ਕੰਮ ਵੀ ਕਰਨਾ ਹੁੰਦਾ ਉਹਨੇ 1 ਸਾਲ ਪਹਿਲਾਂ ਵੀ ਕੰਮ ਕਰ ਲੈਣਾ ਸੀ, ਉਦੋਂ ਪਹਿਲਾਂ ਵੀ ਕਰਕੇ ਆਪਦੀਆਂ ਫੀਸਾਂ ਆਪ ਭਰ ਲੈਣੀਆਂ ਸੀ। ਜਾਂ ਉਹਨਾਂ ਨੇ ਅਸੀਂ ਕਿਹਾ ਵੀ ਵਰਕ ਪਰਮਿਟ ਹੀ ਅਸੀਂ ਲੈ ਕੇ ਦੇਣਾ, ਵੀ ਉਹ ਇੰਡੀਆ ਆ ਜੇ, ਇੰਡੀਆ ਅਸੀਂ ਰੱਖਣ ਨੂੰ ਵੀ ਨਾਲੇ ਤਾਂ ਅਸੀਂ ਇੱਥੇ ਆ ਵੀ ਵਧੀਆ ਸੈੱਟ ਆ ਅਸੀਂ, ਠੀਕ ਆ। ਉਹ ਪਰ ਨਹੀਂ ਮੰਨਦੇ ਸੀ। ਫਿਰ ਉਹ ਕਹਿੰਦੇ ਵੀ ਇੱਕ ਵਾਰੀ ਅਸੀਂ ਕਾਲਜ ਜਾ ਕੇ ਦੇਖਣਾ ਚਾਹੁੰਦੇ ਹਾਂ, ਵੀ ਕਿਸੇ ਨੂੰ ਭੇਜ ਦੇ ਨਾਲ, ਵੀ ਕਾਲਜ ਇੱਕ ਵਾਰੀ ਅਸੀਂ ਕਲੀਅਰ ਕਰਨਾ ਚਾਹੁੰਦੇ ਹਾਂ। ਉਹਨਾਂ ਨੇ ਚਲੋ 5-4 ਦਿਨ ਦਾ ਟਾਈਮ ਲਿਆ। 5-4 ਦਿਨ ਟਾਈਮ ਅਸੀਂ ਉਸ ਦਿਨ ਇਹ ਗੱਲ ਕਹਿ ਕੇ ਆਏ ਸੀ ਵੀ ਉਹਨੂੰ ਇੰਡੀਆ ਮੰਗਾ ਦਿਓ। ਅਸੀਂ ਇੰਡੀਆ ਮੰਗਾਉਣ ਤੋਂ ਪਹਿਲਾਂ ਵੀ ਉਹਦੇ ਨਾਮ 'ਤੇ 1 ਕਿੱਲਾ ਜ਼ਮੀਨ ਦਾ ਲਵਾ ਦਿੰਦੇ, ਵੀ ਇਹ ਨਾ ਹੋਵੇ ਵੀ ਤੁਸੀਂ ਵੀ ਤੁਹਾਨੂੰ ਐਂ ਲੱਗੇ ਵੀ ਇੰਡੀਆ ਮੰਗਾ ਕੇ ਵੀ ਤਲਾਕ ਨਾ ਦੇ ਦੇਣ ਕਿਤੇ, ਇਹ ਨਾ ਕਰ ਦੇਣ। ਪਰ ਅਸੀਂ ਕਿਹਾ ਵੀ ਗਰੰਟੀ ਤੌਰ 'ਤੇ ਅਸੀਂ ਗਰੰਟੀ ਦੇ ਤੌਰ 'ਤੇ ਦੇ ਰਹੇ ਹਾਂ ਵੀ 1 ਕਿੱਲਾ ਜ਼ਮੀਨ ਦੇ ਜਸਪ੍ਰੀਤ ਦੇ ਨਾਮ ਲਗਾ ਰਹੇ ਹਾਂ। ਉਦੋਂ ਬਾਅਦ ਹੀ ਉਹਨੇ 5-7 ਦਿਨ ਬਾਅਦ ਅਪਾਰਟਮੈਂਟ, ਮੇਰੇ ਨਾਲ ਚਲੋ ਗੱਲ ਵੀ ਹੁੰਦੀ ਸੀ, 5-7 ਦਿਨ ਬਾਅਦ ਅਪਾਰਟਮੈਂਟ ਲਈ ਕਾਲਜ ਨਹੀਂ। ਜਦੋਂ ਕਾਲਜ ਭੂਆ ਦੀ ਕੁੜੀ ਨਾਲ ਗਈ, ਉਹਨਾਂ ਨੇ ਦੱਸਿਆ ਵੀ ਉਹਨਾਂ ਨੇ ਰਿਜ਼ਲਟ ਪਹਿਲਾਂ ਦਿਖਾਇਆ। ਉਹ ਕਹਿੰਦੇ ਰਿਜ਼ਲਟ ਇਹੀ ਆ ਜਿਹੜਾ ਤੁਹਾਡੇ ਕੋਲ ਰਿਜ਼ਲਟ ਆਈ, 0-0 ਆਈ ਆ। ਹਾਂਜੀ, ਉਹਨਾਂ ਨੇ ਫਿਰ ਵੀ ਇੱਕ ਵਾਰੀ ਸਟੂਡੈਂਟ ਨੰਬਰ ਲੈ ਕੇ ਜਦੋਂ ਕੰਪਿਊਟਰ 'ਤੇ ਉਹਨਾਂ ਨੇ ਕੀਤਾ, ਉਹਨੇ ਦੱਸਿਆ ਵੀ ਆਹ ਪਹਿਲੇ 'ਚ ਜਮ੍ਹਾਂ ਫੇਲ ਆ ਅਤੇ ਸੈਕਿੰਡ 'ਤੇ ਪੜ੍ਹਨ ਵੀ ਆਈ। ਹਾਂਜੀ, ਉਹਦੇ ਜਿਹੜੇ 4.5 ਲੱਖ ਰੁਪਈਆ ਕੋਈ ਇੱਦਾਂ ਕੋਈ ਹੈਗਾ ਸੀ, 6-7 ਹਜ਼ਾਰ ਡਾਲਰ ਹੋਊਗਾ, ਉਹ ਉਹਦੇ ਮਤਲਬ ਉੱਥੇ ਕਾਲਜ 'ਚ ਵਿੱਚ ਪਿਆ ਜੀ, ਪੜ੍ਹਨ ਵੀ ਨਹੀਂ ਆਈ। ਉਹ ਵੀ ਨਹੀਂ ਹੋ ਸਕਿਆ ਵੀ ਕਢਾ ਲਈ ਨਾ ਕੁਛ ਨਹੀਂ। ਪਰ ਸਾਲ ਮਤਲਬ 1.5 ਸਾਲ ਹੋ ਗਿਆ ਇਹ ਗੱਲ ਨੂੰ, ਵੀ ਮਤਲਬ ਵੀ ਉਹ ਗਈ ਉੱਥੇ। ਮਤਲਬ ਤੁਸੀਂ ਦੱਸ ਰਹੇ ਹੋ ਵੀ ਬੈਂਡ ਵੀ ਨਹੀਂ ਮੁੜ ਕੇ ਆ ਰਹੇ ਸੀਗੇ। ਫਿਰ ਜਦੋਂ ਜਾਂਦੀ ਹੈ ਉਹ, ਜਦੋਂ ਕੈਨੇਡਾ ਜਾਂਦੀ ਹੈ, ਉਦੋਂ
ਕਿੰਨੇ ਬੈਂਡਾਂ ਦੇ ਬੇਸ ਤੇ ਜਾਂਦੀ ਹੈ ਉਹ? ਉਹਨੇ ਜੀ ਪਹਿਲਾਂ ਵੀ ਕੋਈ ਮਤਲਬ ਦਿੱਤਾ, 1-2 ਵਾਰੀ ਪੇਪਰ ਦਿੱਤਾ ਵਾ ਉਹਨੇ। ਪਹਿਲਾਂ ਤਾਂ ਸਾਨੂੰ ਪਤਾ ਨਹੀਂ ਕਿੰਨੇ ਬੈਂਡ ਆਏ ਸੀ ਉਹਦੇ ਜੀ। ਜਦੋਂ ਮਤਲਬ ਜਿਹੜਾ ਸਾਡੇ ਕੋਲ ਰਿਜ਼ਲਟ ਚਲੋ ਸਾਡੇ ਨਾਲ ਗੱਲ ਹੋਈ ਸੀ, ਡਾਕੂਮੈਂਟ ਦਿਖਾਏ ਸੀ, ਉਹਦੇ ਹੀ 9 ਇੱਕ 'ਚੋਂ ਰੀਡਿੰਗ 'ਚ 9 ਬੈਂਡ ਸੀ ਅਤੇ ਇੱਕ 'ਚੋਂ 8.5 ਅਤੇ 2 'ਚੋਂ ਆਈ ਥਿੰਕ 8 ਸੀ। ਓਵਰਆਲ 8 ਬੈਂਡ ਸੀ ਉਹਦੇ ਜੀ। ਹਾਂਜੀ 8 ਬੈਂਡ ਫਿਰ ਉਸ ਸਮੇਂ ਕਿਵੇਂ ਅਚੀਵ ਕਰ ਲਏ? ਨਹੀਂ ਪਤਾ ਨਹੀਂ ਜੀ, ਉਹਦਾ ਹੁਣ ਉਹਨਾਂ ਨੂੰ ਪਤਾ ਵਾ ਕਿਵੇਂ ਆਈ। ਅਤੇ ਉਦੋਂ ਉਹਦੇ ਬੈਂਡ ਚਲੋ GM ਨਰਸਿੰਗ ਕੀਤੀ ਸੀ, ਉਹਦੇ 'ਚ ਵਧੀਆ ਸੀ। ਫਿਰ +2 ਚੋਂ ਜਾਂ 10ਵੀਂ 'ਚ ਉਹਦੇ ਵਧੀਆ ਨੰਬਰ ਸੀ। ਜਿੱਦਾਂ ਵੀਰੇ ਤੁਸੀਂ ਕਹਿ ਰਹੇ ਹੋ ਵੀ 2 ਮਹੀਨਿਆਂ ਤੋਂ ਪ੍ਰੋਬਲਮ ਚੱਲ ਰਹੀ ਸੀਗੀ, ਤੁਹਾਡੇ ਕੋਲ ਰਿਕਾਰਡਿੰਗ ਵੀ ਹੈ ਜਿਹਦੇ ਵਿੱਚ ਉਹ ਕਹਿ ਰਹੀ ਹੈ ਕਿ ਮੈਂ ਸੁਸਾਈਡ ਕਰ ਰਹੀ ਹਾਂ, ਕਿਸੇ ਨੂੰ ਕੁਛ ਨਾ ਕਿਹਾ ਜਾਵੇ, ਇਹਦਾ ਕੋਈ ਕਸੂਰਵਾਰ ਨਹੀਂ ਹੈ। ਤਾਂ ਤੁਸੀਂ ਇਹ ਨਹੀਂ ਸੋਚਿਆ ਵੀ ਇਸ ਚੀਜ਼ ਦੀ ਇਤਲਾਹ ਪੁਲਿਸ ਨੂੰ ਕੀਤੀ ਜਾਵੇ, ਜਾਂ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਵੀ ਪਰਿਵਾਰ ਵਾਲਿਆਂ ਦਾ ਵੀ ਬੇਰੁੱਖਾਪਨ ਸੀ ਤੁਹਾਡੇ ਨਾਲ, ਹੁਣ ਤਾਂ ਪੁਲਿਸ ਨੂੰ ਨਹੀਂ ਤੁਸੀਂ ਸੋਚਿਆ ਵੀ ਇਤਲਾਹ ਕੀਤੀ ਜਾਵੇ? ਅਸੀਂ ਇਹ ਗੱਲ ਕਹਿੰਦੇ ਜੀ ਪੁਲਿਸ 'ਚ ਜਾ ਕੇ, ਕਿਉਂਕਿ ਵਧੀਆ ਫੈਮਿਲੀ ਕਰਕੇ ਵੀ ਵਧੀਆ ਮੇਰੀ ਵਾਈਫ ਆ ਜੀ, ਬੇਇੱਜ਼ਤੀ ਇੱਕ ਗੱਲਾਂ ਦੀ ਵੀ ਉਹਦੀ ਕਿਉਂ। ਜੇ ਤੁਸੀਂ ਭਾਵੇਂ ਤੁਸੀਂ ਇੱਥੇ ਸੀ ਪਰ ਫਿਰ ਵੀ ਇੱਕ ਮੈਂਟਲ ਪੀਸ ਤਾਂ ਬੰਦੇ ਦਾ ਖਰਾਬ ਹੁੰਦਾ ਹੀ ਹੈ ਨਾ। ਜੇ ਮੰਨ ਲਓ ਕੋਈ ਹਸਬੈਂਡ ਵਾਈਫ ਦੇ ਵਿੱਚੋਂ ਕੋਈ ਇਹੋ ਜਿਹਾ ਮੈਸੇਜ ਕਰਦਾ, ਉਹਦੇ ਨਾਲ ਇੱਕ ਵਾਰੀ ਮੈਂਟਲੀ ਤਾਂ। ਰਿਸ਼ਤੇਦਾਰਾਂ ਨੂੰ ਦੱਸਿਆ, ਉਹਨਾਂ ਦਿਆਂ ਨੂੰ ਆਹ ਗੱਲਬਾਤ ਕਰਦੀ ਆ ਜਸਪ੍ਰੀਤ। ਉਹਦੇ ਫੱਫੜ ਨੂੰ ਵੀ ਦੱਸਿਆ, ਕੀ ਕਹਿੰਦੇ ਆ, ਮੈਂ ਲਾਇਆ ਖੁਦ ਫੋਨ। ਮੈਂ ਕਿਹਾ ਕੀ ਕਹਿੰਦੇ ਆ ਜਸਪ੍ਰੀਤ ਐਂ ਕਹਿੰਦੀ ਆ, ਮੈਂ ਆਹ ਗੱਲ ਕਰ ਲੂੰਗਾ ਤੁਸੀਂ। ਫਿਰ ਅਸੀਂ ਕੀ ਕਹਿੰਦੇ ਰਸੀਂਕ ਇੱਕ ਸਰਪੰਚ ਆ, ਪਹਿਲਾਂ ਉੱਥੇ ਵੀ ਅਸੀਂ ਇਕੱਠੇ ਹੋਏ ਸੀਗੇ, ਉਹਨਾਂ ਨੂੰ ਵੀ ਦੱਸ ਕੇ ਆਏ ਆ। ਉਹ ਐਸ ਲੋਟ ਕੀ ਕਹਿੰਦੇ ਕਰਦੀ ਆ, ਤੁਸੀਂ ਆਪਾਂ ਕੋਈ ਉਹਨੂੰ ਕਰੋ ਕੀ ਕਹਿੰਦੇ ਬਹਿ ਕੇ ਗੱਲਬਾਤ, ਉਹਨੂੰ ਆਪਾਂ ਇੱਥੇ ਮੰਗਾਈਏ। ਹਾਂਜੀ ਅਸੀਂ ਉਹਨਾਂ ਨਾਲ 7 ਤਰੀਕ ਨੂੰ ਸਰਪੰਚ ਕੋਲੇ ਜਦੋਂ ਗਏ ਸੀ, ਉਹਨਾਂ ਦੇ ਰਿਸ਼ਤੇਦਾਰ ਸੀ, ਉਹਨਾਂ ਵਧੀਆ ਰਿਲੇਸ਼ਨ ਸੀ ਉਹਨਾਂ ਕੋਲੇ ਅਸੀਂ ਜਾ ਕੇ ਜਦੋਂ ਕੋਈ ਗੱਲ ਕੀਤੀ ਵੀ ਕੋਈ ਸਾਨੂੰ ਵੀ ਇੰਡੀਆ ਮੰਗਾ ਦਿਓ, ਕੋਈ ਗੱਲ ਕਰ ਲਓ। ਚਲੋ ਉੱਥੇ ਗੱਲਬਾਤ ਹੋਈ, ਉਹ ਸਾਡੇ ਮਤਲਬ ਸਾਰੇ ਉੱਧਰੋਂ ਪਰਿਵਾਰ ਵੀ ਆਇਆ ਸੀ, ਪਰ ਉੱਧਰੋਂ ਇਕੱਲੇ ਸਹੁਰਾ ਸਾਹਿਬ ਆਏ ਸੀ, ਜਸਪ੍ਰੀਤ ਦੇ ਫਾਦਰ ਆਏ ਸੀ, ਹੋਰ ਕੋਈ ਨਹੀਂ ਆਇਆ ਸੀ। ਫੁੱਫੜ ਭੂਆ ਦੇ ਮੁੰਡੇ ਉਹ ਬਾਕੀ ਸਾਰੇ ਆਏ ਸੀ, ਮਾਮੇ ਦਾ ਮੁੰਡਾ ਸੀ ਉਹ ਵੀ ਆਇਆ ਸੀ, ਅਤੇ ਨਾ ਤਾਂ ਜਸਪ੍ਰੀਤ ਦਾ ਹੀ ਬ੍ਰਦਰ ਅਤੇ ਨਾ ਮਦਰ ਆਈ ਸੀ। ਉਦੋਂ ਬਾਅਦ ਚਲੋ ਉੱਥੇ ਗੱਲ ਕਰਕੇ ਉਹ ਕਹਿੰਦੇ ਵੀ ਸਾਨੂੰ 5-4 ਦਿਨ ਦਾ ਟਾਈਮ ਦੇ ਦਿਓ, ਵੀ ਅਸੀਂ ਕੋਈ ਨਾ ਗੱਲ ਕਰਕੇ ਵੀ ਮਦਰ ਨਾਲ ਗੱਲ ਕਰਾਂਗੇ, ਕਿਉਂਕਿ ਮਦਰ ਦੀ ਚੱਲਦੀ ਸੀ ਘਰੇ, ਜਿੰਨਾ ਵੀ ਹੈਗਾ ਸੀ ਸਾਰਾ ਕੁਛ ਮਦਰ ਦੇ ਸਿਰ 'ਤੇ ਸੀ। ਵੀ ਮਦਰ ਨਾਲ ਗੱਲ ਕਰਕੇ ਜਸਪ੍ਰੀਤ ਦੇ, ਉਦੋਂ ਬਾਅਦ ਤੁਹਾਨੂੰ ਕੋਈ ਡਿਸੀਜਨ ਦੱਸਦਾ। ਉਦੋਂ ਬਾਅਦ ਹੀ 8 ਤਰੀਕ ਨੂੰ ਮੇਰੇ ਨਾਲ ਫੋਨ 'ਤੇ ਗੱਲ ਹੁੰਦੀ ਆ ਜਸਪ੍ਰੀਤ ਨਾਲ, ਉਹ ਮੇਰੇ ਨਾਲ ਗੱਲ ਕਰਦੀ। ਚਲੋ ਪਹਿਲਾਂ ਵਧੀਆ ਸੀ, ਉਦੋਂ ਬਾਅਦ ਸ਼ਾਮ ਨੂੰ ਮੈਂ ਕਿਹਾ ਜਸਪ੍ਰੀਤ ਵੀ ਤੂੰ ਡਿਸੀਜਨ ਲੈ, ਵੀ ਤੂੰ ਹੀ ਲੈਣਾ, ਹੋਰ ਕਿਸੇ ਨੇ ਡਿਸੀਜਨ ਲੈਣਾ, ਵੀ ਤੂੰ ਇੰਡੀਆ ਆ ਜਾ। ਉਸ ਦਿਨ ਵੀ ਮੈਂ ਉਹਨੂੰ ਕਿਹਾ, ਮੈਂ ਕਿਹਾ ਜਸਪ੍ਰੀਤ 1 ਕਿੱਲਾ ਮੈਂ ਜ਼ਮੀਨ ਦਾ ਲਵਾਉਣਾ, ਮੈਂ ਵੀ ਜਸਪ੍ਰੀਤ ਨੂੰ ਕਿਹਾ ਵੀ 1 ਕਿੱਲਾ ਦਾ ਜ਼ਮੀਨ ਦਾ ਲਵਾਉਣਾ, ਤੂੰ ਇੰਡੀਆ ਆ ਜਾ। ਉਹਨੇ ਚਲੋ ਪਹਿਲਾਂ ਮੋਰਨਿੰਗ ਸਵੇਰੇ ਵਧੀਆ ਗੱਲ ਕੀਤੀ, ਸ਼ਾਮ ਨੂੰ ਫਿਰ ਮੇਰੇ ਨਾਲ ਗੱਲ ਥੋੜ੍ਹੀ ਜਿਹੀ ਵਧੀਆ ਤਰੀਕੇ ਨਾਲ, ਚਲੋ ਉਹਨਾਂ ਨੇ ਉੱਧਰ ਗੱਲ ਕੀਤੀ ਸੀ। ਉਹਨੇ ਮੈਨੂੰ ਇਹ ਗੱਲ ਕਹੀ ਸੀ ਵੀ ਮੇਰੇ ਡੈਡੀ ਦਾ ਇਹ ਗੱਲ ਕਹਿੰਦਾ ਵੀ ਤੂੰ ਕੋਈ ਗੱਲ ਨਹੀਂ ਆ ਜਾ, ਵੀ ਜੇ ਮੰਮੀ ਅਤੇ ਬ੍ਰਦਰ ਨਹੀਂ ਮੰਨਦੇ ਇੱਧਰ, ਵੀ ਮੈਂ ਤੇਰੇ ਨਾਲ ਵਰਤ ਲਓ, ਮੈਂ ਆ ਜਾ ਕਰੂੰਗਾ। ਉਹਨੇ ਚਲੋ ਸ਼ਾਮ ਨੂੰ ਮੇਰੇ ਨਾਲ ਥੋੜ੍ਹੀ ਜਿਹੀ ਗੱਲ ਹੋਈ, ਮੇਰੇ ਨਾਲ ਗੱਲ ਵਧੀਆ ਨਹੀਂ ਕੀਤੀ ਉਹਨੇ। ਫਿਰ ਮੈਨੂੰ ਇੱਕ ਰਿਕਾਰਡਿੰਗ ਆਈ, ਨਹੀਂ ਬਹਿ ਕੇ ਤੁਹਾਨੂੰ ਦੱਸਤਾ, ਸਾਣੇ ਤੁਹਾਡੇ ਸਰਪੰਚ ਜੀ ਸੋਨੇ ਸਾਰਿਆਂ ਕੋਲੇ ਗੱਲ ਕਰਤੀ ਇਸ ਤਾਂ, ਸਾਰਿਆਂ ਕੋਲੇ ਗੱਲ ਚਾਹੀ ਯਾਰ, ਤੂੰ ਸਾਰੇ ਪਿੰਡ ਕੋਲ ਗੱਲ ਕਰ ਲੈ। ਹਾਂ ਤੂੰ ਮੁੱਕਰਦੀ ਆ ਹੁਣ, ਹੋਰ ਕੀ ਕਰਦੀ ਆ ਤੂੰ ਕੈਨੇਡਾ ਹੁਣ ਮੁੱਕਰਦੀ ਆ? ਹਾਂ ਤੈਨੂੰ ਘਰੇ ਗਿਆ ਮੁੱਕਰਦੀਆਂ ਲੈ, ਮੈਂ ਮੁੱਕਰਦੀਆਂ ਲੈ, ਰਿਕਾਰਡਿੰਗ ਕਰ ਲੈ, ਮੈਂ ਮੁੱਕਰਦੀਆਂ ਲੈ, ਤਾਂ ਮੁੱਕਰਦੀਆਂ ਤਾਂ ਕੋਈ ਮੈਨੂੰ ਟ੍ਰਾਂਸਕ੍ਰਿਪਟਾਂ ਨਹੀਂ ਭੇਜੀਆਂ, ਮੁੱਕਰਦੀਆਂ ਤੈਨੂੰ ਕਹਾਂ ਇੰਡੀਆ ਆਇਆ ਤਾਂ ਮੁੱਕਰਦੀਆਂ। ਮੈਂ ਹੁਣ ਕੀ ਤੇਰਾ ਕੀ ਮੁੱਕਰਦੀਆਂ? ਬਸ ਠੀਕ ਹੈ ਮੈਂ ਮੁੱਕਰਦੀਆਂ। ਉਦੋਂ ਪਹਿਲਾਂ ਵੀ ਰਿਕਾਰਡਿੰਗ ਹੈਗੀਆਂ, ਜੇ ਮਦਰ ਨਾਲ ਗੱਲ ਕੀਤੀ ਸੀ, ਮਦਰ ਥੋੜ੍ਹਾ ਜਿਹਾ ਗਲਤ ਬੋਲੀ ਆ। ਮੈਂ ਤਾਂ ਲੜ ਪਈ ਮੇਰੇ ਨਾਲ, ਫਿਰ ਉਹ ਕੰਮ ਚੱਲਦਾ ਉਧਰ, ਮੈਨੂੰ ਘਰ ਦੀ ਗਾਲਾਂ ਕੱਢਦੇ, ਕਹਿੰਦੇ ਤੂੰ ਬੋਲਦੀ ਵੱਧ ਵਾ। ਤੁਸੀਂ ਨਾ ਕਰਾਓ ਨਾ ਕਿਸੇ, ਤੁਸੀਂ ਪਿਆਰ ਨਾਲ ਗੱਲ ਕਰੋ ਉਹਦੇ ਨਾਲ। ਮੈਨੂੰ ਤਾਂ ਗੁੱਸਾ ਕਰਦਾ ਜਦੋਂ ਜਵਾਕ ਕਿਸੇ ਝੱਪ ਤੇ ਨਾਲ ਆਹ ਮਾਰਨ ਮੂਰਨ ਵਾਲੀ ਤਾਂ ਗੱਲਾਂ ਕਰੋ ਨਾ, ਫਿਰ ਟੈਨਸ਼ਨ ਲਊਗੀ ਉਹ। ਲਈ ਜਾਂਦੀ ਤਾਂ ਫਿਰ ਇਹ ਹੁਣ ਕਿੱਥੇ ਜਾਣਾ ਪੈਣਾ, ਪਿੰਡ ਕੋਲ ਜਾਣਾ? ਪਿੰਡ ਹਜੇ ਤਾਂ ਨਹੀਂ ਜਾਂਦੇ, ਮੇਰੇ ਸੋਮਵਾਰ ਨੂੰ ਭਾਵੇਂ ਇੱਧਰ ਆ ਜਾ, ਦੱਸਵੀਂ ਆਪਣੀ ਸੋਮਵਾਰ ਦੀ ਰੋਟੀ ਖਵਾ। ਠੀਕ ਆ ਠੀਕ ਆ। ਹੁਣ ਇਹਨੂੰ ਕਰੀਏ ਮੈਂ ਪੈਸੇ ਕੱਟਣੇ ਬੱਚੇ ਮੇਰੇ ਜਿਹੜੇ ਮੇਰਾ ਗੋਲੀ ਮਾਰ ਕੇ ਨਾ ਮਾਰ ਦੇ। ਉਹ ਨਹੀਂ ਮੈਂ ਚਲ ਕਹਿਣਾ ਤਾਂ ਐਂ ਤਾਂ ਕਿਉਂ ਕਹਿਣਾ ਵਾ, ਰੱਖਣੀ ਨਹੀਂ ਆ ਜਿਵੇਂ ਇਹਨੇ ਕਰਿਆ ਨਾ, ਕਰਨਾ ਇਹਦਾ ਵੀ ਆਈ ਆ। ਨਹੀਂ ਐਂ ਤਾਂ ਕਿਉਂ ਕਰਨਾ ਤੁਸੀਂ, ਉਹ ਮੈਂ ਤਾਂ ਹੀ ਕਹਿਣਾ ਪਿਆਰ ਨਾਲ ਗੱਲ। ਮੈਂ ਜੇ ਇੰਡੀਆ ਹੁੰਦੀ ਗੋਲੀ ਮਾਰ ਕੇ ਮਾਰ ਦਿੰਦੀ ਹੈ।
ਇੱਕ ਆ ਰਿਕਾਰਡਿੰਗ ਹੋਰ ਸੀ ਜਦੋਂ ਇਹ ਉਹਨਾਂ ਨੇ ਕਿਉਂ ਕਿਹਾ ਵੀ ਗੋਲੀ ਮਾਰ ਦੂੰਗੀ ਮੈਂ? ਕਿਉਂਕਿ ਉਹ ਉਹਨਾਂ ਨੂੰ ਪਤਾ ਜੀ, ਹੁਣ ਮੈਂ ਉਹਨਾਂ ਨੂੰ ਕਹਿੰਦਾ ਸੀ ਵੀ ਤੁਸੀਂ ਉਹਨਾਂ ਨਾਲ ਗੱਲ ਕਰੋ। ਉਹ ਡੇਲੀ ਵੈਸੇ ਉਹਨਾਂ ਨਾਲ ਵੀ ਗੱਲ ਕਰਦੇ ਸੀ, ਠੀਕ ਆ, ਪਹਿਲਾਂ ਮੇਰੇ ਨਾਲ ਵੀ ਗੱਲ ਕਰਦੇ ਸੀ। ਉਹਨਾਂ ਨੂੰ ਪਤਾ ਨਹੀਂ ਕੀ, ਉਹ ਕਹਿੰਦੀ ਸੀ ਇੰਡੀਆ ਵੀ ਆ ਜਾ, ਮੈਂ ਵੀ ਕਿਹਾ ਸੀ ਇੰਡੀਆ ਆ ਜਾ। ਜਸਪ੍ਰੀਤ ਕਹਿੰਦੀ ਸੀ ਮੈਂ ਇੰਡੀਆ ਆਉਣ ਨੂੰ ਤਿਆਰ ਹਾਂ, ਪਰ ਉਹ ਥੋੜ੍ਹਾ ਨਹੀਂ ਮੰਨਦੇ ਸੀ ਵੀ ਇੰਡੀਆ। ਉਹ ਕਹਿੰਦੀ ਸੀ ਵੀ ਤੁਸੀਂ ਇੱਧਰ ਹੀ ਉਹਨੂੰ ਕਰਕੇ ਕੋਈ ਮਤਲਬ ਉਹ ਕਰੋ। ਫੋਟੋ ਤੁਹਾਨੂੰ ਕੀ ਭੇਜੀ ਹੋਈ ਹੈ? ਅੱਜ ਮੈਨੂੰ ਫੋਟੋ ਭੇਜੀ ਸੀ ਪਹਿਲਾਂ, ਅੱਛਾ, ਹਾਂਜੀ, ਗਲ 'ਚ ਚੁੰਨੀ ਪਾ ਗਲ 'ਚ ਚੁੰਨੀ ਪਾ ਕੇ ਜੀ ਪਹਿਲਾਂ। ਆ ਲੜਕੀ ਨੇ ਕਿਸ ਦਿਨ ਦੀ ਫੋਟੋ ਹੈ ਤੁਹਾਨੂੰ ਭੇਜੀ? ਕੋਈ ਕਲੋਜ਼ ਅਪ ਦਿਖਾਓ। ਇਹ ਮਹੀਨਾ ਕੁ ਪਹਿਲਾਂ ਦੀ ਗੱਲ ਹੋਊਗੀ ਇਹ, ਅੱਛਾ, ਹਾਂਜੀ। ਤੁਹਾਨੂੰ ਐਦਾਂ ਚੁੰਨੀ ਪਾ ਕੇ ਫੋਟੋ ਭੇਜੀ ਸੀ? ਮੈਨੂੰ ਹਾਂਜੀ ਫੋਟੋ ਭੇਜੀ। ਉਦੋਂ ਬਾਅਦ ਮੇਰੇ ਨਾਲ ਹੀ ਮੈਂ ਜਸਪ੍ਰੀਤ ਨੂੰ ਫੋਨ ਲਾਇਆ, ਅਤੇ ਇਹ ਕਰਕੇ ਹੀ ਮੈਂ ਸਹੁਰਾ ਸਾਹਿਬ ਨੂੰ ਵੀ ਇੱਕ ਰਿਕਾਰਡਿੰਗ ਹੈ, ਕਾਫੀ ਰਿਕਾਰਡਿੰਗਾਂ ਤੋਂ। ਇੱਕ ਮਿੰਟ, ਉਹ ਗੱਲ ਤਾਂ ਜਿਹੜੀਆਂ ਐਂ ਸੀ ਨਾ ਵੀ ਚੱਲ ਭਾਰੋ ਗੱਲ ਵੀ ਹੋਰ ਨਹੀਂ ਕੋਈ ਗੱਲਬਾਤ। ਹੁਣ ਆਪਾਂ ਜਿਹੜੀਆਂ ਐਂ ਕਹਿੰਦੇ ਭਾਈ ਇਹ ਪੜ੍ਹਾਈ ਤਾਂ ਨਹੀਂ ਕਰਦੀ ਸੀ, ਕੰਮ ਬਹੁਤ ਕਰਦੀ ਸੀ, ਕੰਮ ਵੀ ਨਹੀਂ ਕਰਦੀ ਸੀ। ਪੜ੍ਹਾਈ ਤਾਂ ਬਸ ਉਹਦਾ ਦਿਮਾਗੀ ਲੋੜ ਹੈ, ਉਹ ਤਾਂ ਕਮੀ ਹੈ। ਹੋਰ 2 ਮਹੀਨਿਆਂ ਨੂੰ ਮੈਨੂੰ ਪਤਾ ਕਿਸੇ ਥੱਲੇ ਆ ਕੇ ਮਰ ਆਪਾਂ ਨੂੰ ਪਤਾ ਵੀ ਨਹੀਂ। ਉਹ ਜੋ ਡੈਡੀ ਚੱਲ ਗੁੱਸੇ 'ਚ ਕਹਦਾ ਭਾਈ ਜਦੋਂ ਐਂ ਗੱਲਾਂ ਹੋਰ ਹੀ ਕਰਨ ਲੱਗ ਗਿਆ, ਤੁਹਾਨੂੰ ਦੱਸਿਆ ਹੁਣ ਗੱਲ 'ਚ ਚੁੰਨੀ ਪਾ ਕੇ ਮੈਨੂੰ ਉਵੇਂ ਫੋਟੋਆਂ ਭੇਜੀਆਂ। ਨਹੀਂ ਗੱਲ ਤਾਂ ਡੇਲੀ ਐਂ ਕਰੀ ਜਾਂਦੀ ਆ, ਉਹ ਫੋਨ ਲਾ ਲੂਗੀ ਬਸ, ਮੈਂ ਐਂ ਕਰਨ ਲੱਗਦੀ ਆ। ਨਹੀਂ ਤੁਹਾਨੂੰ ਕੱਲ ਕੁੜੀ ਨੇ ਫੋਨ ਲਾਇਆ ਕਿਸੇ ਨੇ? ਤੁਹਾਨੂੰ ਕੁੜੀ ਨੇ ਫੋਨ ਲਾਇਆ ਸੀ ਕੱਲ? ਹਾਂਜੀ। ਨਹੀਂ ਸਾਨੂੰ ਨਹੀਂ ਲਾਇਆ ਨਾ ਕਿਸੇ ਨੇ ਲਾਇਆ, ਰਾਜੂ ਨੂੰ ਲਾਇਆ ਹੋਊਗਾ ਜਾਂ ਤੁਹਾਨੂੰ ਮੰਮੀ ਨੇ ਲਾਇਆ ਹੋ, ਕਿਸੇ ਨੂੰ ਲਾਇਆ ਹੋ? ਜਿਹੜੇ ਇੰਨਾ ਝੂਠ ਦੇ ਗੱਲ, ਹੁਣ ਮੇਰੇ ਕੋਲ ਰਿਕਾਰਡਿੰਗ ਪਈ ਜਿਹੜੀ ਦੇਖ ਲਓ। ਮੈਨੂੰ ਮੈਂ ਹੁਣ ਦੱਸਦਾ, ਦੇਖੋ ਕੀ ਕਰਦੀ ਆ। ਇਹ ਜਿਹੜੀ ਗੱਲ ਆ ਜੀ ਮੇਰੇ ਕੋਲ, ਮਤਲਬ ਕਹਿੰਦੀ ਸੀ ਕਿ ਕੁੜੀ ਨੇ ਉਹ ਜਿੱਦਾਂ ਚੁੰਨੀ ਦੀ ਹੋਈ ਆ ਨਾਲ ਹੀ ਉਸ ਤੋਂ ਬਾਅਦ ਮੈਨੂੰ ਮਤਲਬ ਹੋਰ ਕੁੜੀ ਬਣ ਕੇ ਉਹਨੇ ਆਪ ਹੀ ਮੈਨੂੰ ਮੈਸੇਜ ਕਰਤੇ ਜੀ। ਮੈਨੂੰ ਕਹਿੰਦੀ ਵੀ ਮੈਂ ਉਹਦੀ ਫਰੈਂਡ ਬੋਲ ਰਹੀ ਹਾਂ, ਵੀ ਇਹਨੇ ਨਾ ਮਤਲਬ ਕੋਈ ਦਵਾਈ ਕੋਈ ਨਹੀਂ ਕਿਹੜੀ ਕਹਿੰਦੀ ਸੀ ਉਹ ਪੀ ਲਈ, ਵੀ ਅਸੀਂ ਜਦੋਂ ਰੂਮ 'ਚ ਆਏ ਹਾਂ ਉਹ ਕੀਤਾ। ਮੈਨੂੰ ਇਹ ਗੱਲ ਕੀਤੀ ਆ, ਪਰ ਮੈਨੂੰ ਕਹਿੰਦੀ ਵੀ ਉੱਧਰ ਵੀ ਫੋਨ ਲਾਤਾ, ਵੀ ਮੰਮੀ ਡੈਡੀ ਹੋਣਾ ਵੀ ਗੱਲ ਕੀਤੀ ਆ। ਮੈਂ ਜਦੋਂ ਉਹਨਾਂ ਨੂੰ ਇਹ ਗੱਲ ਕੀਤੀ, ਉਹ ਕਹਿੰਦੇ ਸਾਨੂੰ ਤਾਂ ਕਿਸੇ ਕੁੜੀ ਦਾ ਫੋਨ ਹੀ ਨਹੀਂ ਆਇਆ ਸੀ। ਮਤਲਬ ਇਹ ਵੀ ਦੇਖ ਲਓ ਇੱਕ ਤਰ੍ਹਾਂ ਦਾ ਝੂਠ ਮੈਨੂੰ ਉਹ ਕਰ ਰਹੀ ਸੀ। ਅਸੀਂ ਫਿਰ ਵੀ ਉਹਨਾਂ ਨਾਲ ਗੱਲ ਕੀਤੀ ਆ, ਪਰ ਉਹਨਾਂ ਨੇ ਕੋਈ ਨਹੀਂ ਡਿਸੀਜਨ। ਹੁਣ ਵੀ ਅਸੀਂ ਇਹੀ ਗੱਲ ਕਹਿੰਦੇ ਸੀ ਵੀ ਉਹ ਇੰਡੀਆ ਆ ਜੇ। ਹੁਣ ਵੀ ਚਲੋ ਜਿਹੜਾ ਕੁਛ ਵੀ ਹੋ ਗਿਆ ਬਹੁਤ ਗਲਤ ਹੋਇਆ ਜੀ, ਪਰ ਹੁਣ ਸਾਡੀ ਇਹੀ ਆ ਮਤਲਬ ਵੀ ਮੈਂ ਇੱਥੇ ਉਹਨੂੰ ਲਿਆ ਕੇ ਆਪਣੇ ਹੱਥਾਂ ਨਾਲ ਸੰਸਕਾਰ ਕਰਨਾ ਚਾਹੁੰਦਾ ਵਾਂ, ਹਾਂਜੀ। ਪਰ ਉਹ ਪੈਸੇ ਵੀ ਜਿਹੜੇ ਲੱਗਣਗੇ, ਚਲੋ ਜਿਹੜਾ ਵੀ ਹੋਇਆ ਖਰਚਾ ਅਸੀਂ ਆਪ ਕਰਨਾ ਚਾਹੁੰਦੇ ਹਾਂ। ਪਰ ਉਹਨਾਂ ਦਾ ਉੱਧਰ ਹੈਗਾ ਬਾਈ ਮੰਮੀ ਦਾ ਅਤੇ ਬ੍ਰਦਰ ਦਾ, ਜਸਪ੍ਰੀਤ ਦੇ, ਉਹਨਾਂ ਦਾ ਇਹ ਆ ਵੀ ਅਸੀਂ ਕੈਨੇਡਾ ਚਲੇ ਜਾਈਏ, ਹਾਂਜੀ। ਹੁਣ ਉਹ ਸਾਡੇ 'ਤੇ ਥੋੜ੍ਹਾ ਜਿਹਾ ਗਲਤ ਇਲਜ਼ਾਮ ਲਾ ਰਹੇ ਆ। ਚਲੋ ਜਿਵੇਂ ਵੀ ਹੋਊਗਾ, ਉਹ ਕਹਿੰਦੇ ਵੀ ਸਾਡੇ 25 ਲੱਖ ਰੁਪਈਆ ਕਿਤੇ ਕਹਿ ਦਿੰਦੇ ਜੀ। ਹੁਣ ਉਹਨਾਂ ਨੇ 3-4 ਕੋਈ ਇੰਟਰਵਿਊ ਦਿੱਤੀਆਂ ਵਾ, ਉਹਨਾਂ 3-4 ਇੰਟਰਵਿਊਆਂ 'ਚ ਬ੍ਰਦਰ ਕਹਿੰਦਾ ਵੀ 18 ਲੱਖ ਲੱਗਿਆ ਵਿਆਹ 'ਤੇ, ਠੀਕ ਆ, ਅਤੇ ਮਦਰ ਕਹਿੰਦੀ ਆ 25 ਲੱਖ ਰੁਪਈਆ ਲੱਗਿਆ। ਅਤੇ ਉਸ ਤੋਂ ਬਾਅਦ 2 ਘੰਟਿਆਂ ਬਾਅਦ ਕਹਿ ਰਹੀ ਆ ਕੋਈ ਇੰਟਰਵਿਊ ਸ਼ਾਮ ਨੂੰ ਹੋਈ ਸੀ ਇੱਕ, ਉਹ 'ਤੇ ਕਹਿੰਦੀ 26 ਲੱਖ ਰੁਪਈਆ ਲੱਗਿਆ ਜੀ, ਹਾਂਜੀ। ਅਸੀਂ ਤਾਂ ਇਹ ਮਤਲਬ ਕਰਨਾ ਨਹੀਂ ਚਾਹੁੰਦੇ ਸੀ, ਮੈਨੂੰ ਫੋਨ ਆਏ ਵੀ ਸੀ, ਮਤਲਬ ਅਸੀਂ ਇੰਟਰਵਿਊ ਕਰਨਾ ਨਹੀਂ ਚਾਹੁੰਦੇ ਸੀ ਵੀ ਚਲੋ ਜਿਹੜੇ ਵੀ ਕਰ ਗਈ ਕੋਈ ਮਤਲਬ ਬਹੁਤ ਗਲਤ ਕੀਤਾ ਜੀ ਉਹਨੇ। ਪਰ ਹੁਣ ਇਹ ਗੱਲ ਇੱਕ ਤਰ੍ਹਾਂ ਦਾ ਉਹ ਬੇਇੱਜ਼ਤੀ ਕਰਾ ਰਹੇ ਆ, ਮਤਲਬ ਉਹਨਾਂ ਨੇ ਆਪ ਦੀ ਤਾਂ ਕੁੜੀ ਦਾ ਸਮਝ ਹੀ ਨਹੀਂ, ਮੇਰੀ ਵਾਈਫ ਦੀ ਮਤਲਬ ਬੇਇੱਜ਼ਤੀ ਕਰਾ ਰਹੇ ਆ। ਕਿਉਂਕਿ ਹੁਣ ਉਹਨਾਂ ਨੇ ਤਾਂ ਕਹਿਤਾ, ਮੇਰਾ ਨਾਮ ਲੈਤਾ, ਪਰ ਮੈਂ ਵੀ ਹੁਣ ਮੇਰੇ ਕੋਲ ਵੀ ਉਹਨਾਂ ਨੂੰ ਪਤਾ ਵੀ ਪ੍ਰੂਫ ਹੈਗੇ ਆ, ਸਾਰਾ ਕੁਛ ਹੈਗਾ, ਮੈਂ ਉਹ ਸੱਚ ਦੱਸੂਗਾ ਹੀ। ਹੁਣ ਚਲੋ ਪੜ੍ਹੀ ਨਹੀਂ ਸੀ ਕਿਤੇ, ਇੱਥੇ ਰਿਸ਼ਤੇਦਾਰਾਂ 'ਚ ਪਤਾ ਸੀ, ਉੱਧਰ ਪਤਾ ਸੀ ਵੀ 0-0 ਨੰਬਰ ਆਏ ਸੀ। ਚਲੋ ਬੈਂਡ ਇੱਥੇ 9 ਸੀ, ਉੱਥੇ ਜਾ ਕੇ ਉਹਦੇ 2 ਬੈਂਡ ਆਏ ਆ, ਵੀ ਉਹ ਚਲੋ ਫੈਮਿਲੀ ਨੂੰ ਪਤਾ ਸੀ, ਹੋਰ ਕਿਸੇ ਨੂੰ ਨਹੀਂ ਪਤਾ ਸੀ ਇੰਡੀਆ 'ਚ ਹੀ, ਠੀਕ ਆ। ਉਹਨਾਂ ਨੇ ਹੁਣ ਮੈਂ ਆਪਦਾ ਮੀਡੀਆ 'ਚ ਰੱਖਣੀ ਸੀ, ਉਹਨਾਂ ਨੇ ਇਹ ਕਰਕੇ ਮੈਨੂੰ ਵੀ ਆਪਦਾ ਹੁਣ ਪੱਖ ਰੱਖਣਾ ਪਿਆ, ਹਾਂਜੀ। ਸੋ ਬਿਲਕੁਲ ਇਹ ਪਰਿਵਾਰ ਨੇ ਜਿਹੜੀ ਗੱਲਬਾਤ ਹੈ ਰੂਬਰੂ ਹੋ ਕੇ ਸ਼ਬਦ ਚੈਨਲ ਰਾਹੀਂ ਦੱਸੀ ਹੈ ਕਿ ਕਿਸ ਤਰ੍ਹਾਂ ਜਿਹੜੀ ਉਹ ਲੜਕੀ ਸੀ, ਨਾ ਤਾਂ ਉਹ ਕੰਮ ਜਾ ਰਹੀ ਸੀ ਉੱਥੇ, ਨਾ ਹੀ ਉਹ ਪੜ੍ਹ ਰਹੀ ਸੀਗੀ, ਔਰ ਲਗਾਤਾਰ ਸਹੁਰਾ ਪਰਿਵਾਰ ਵੱਲੋਂ ਜਿਹੜਾ ਖਰਚ ਹੈ ਉਹਦਾ ਉਠਾਇਆ ਜਾ ਰਿਹਾ ਸੀਗਾ। ਇਹਨਾਂ ਦੇ ਜਿਹੜੇ ਪਤੀ ਨੇ, ਇਹ ਵੀਰ ਇੱਥੇ ਐਗਰੀਕਲਚਰਿਸਟ ਹੈ, ਫਾਰਮਰ ਨੇ, ਪੈਲੀ ਵਾਹੁੰਦੇ ਨੇ, ਔਰ ਇੱਥੋਂ ਮਿਹਨਤ ਮੁਸ਼ੱਕਤ ਕਰਕੇ ਇਹਨਾਂ ਦਾ ਇਹੀ ਸੁਪਨਾ ਸੀਗਾ ਕਿ ਹਰੇਕ ਹੀ ਪੰਜਾਬੀ ਦਾ ਹੁੰਦਾ ਹੈ, ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਇਨਕਮ ਸੋਰਸਿਸ ਨੇ ਉਹ ਬੜੇ ਘੱਟ ਨੇ, ਤਾਂ ਜ਼ਿਆਦਾ ਜਿਹੜਾ ਰੁਝਾਨ ਹੈ ਉਹ ਇਹੀ ਅੱਜ ਦੀ ਜਿਹੜੀ ਨਵੀਂ ਜਨਰੇਸ਼ਨ ਹੈ ਉਹਨਾਂ ਦਾ ਇਹੀ ਹੋ ਰਿਹਾ ਕਿ ਅਸੀਂ ਬਾਹਰ ਜਾ ਕੇ ਸੈਟਲ ਹੋ ਜਾਈਏ। ਤਾਂ ਜਿਸ ਤਰ੍ਹਾਂ ਇਹਨਾਂ ਨੇ
ਆਪਣੀ ਪਤਨੀ ਨੂੰ ਉੱਥੇ ਸੈਟਲ ਕਰਨ ਦੀ ਕੋਸ਼ਿਸ਼ ਕੀਤੀ ਔਰ ਖੁਦ ਵੀ ਹੋਣਾ ਚਾਹੁੰਦੇ ਸੀ, ਪਰ ਸਾਰੀ ਕਹਾਣੀ ਇਹਨਾਂ ਨੇ ਸਾਨੂੰ ਦੱਸੀ ਕਿ ਕਿਸ ਤਰ੍ਹਾਂ ਉਹਨਾਂ ਦੇ ਜਿਹੜੇ ਮਾਰਕਸ ਸੀ ਉਹ ਵੀ ਘੱਟ ਆ ਰਹੇ ਸੀ, ਬੈਂਡਸ ਵੀ ਉਹਨਾਂ ਦੇ ਨਹੀਂ ਆ ਰਹੇ ਸੀਗੇ ਔਰ ਲਗਾਤਾਰ ਇਸ ਪ੍ਰੈਸ਼ਰ ਦੇ ਵਿੱਚ ਉਹ ਜਿਹੜੀ ਲੜਕੀ ਸੀ ਉੱਥੇ ਰਹਿ ਰਹੀ ਸੀਗੀ। ਔਰ ਇਹ ਵੀ ਪਰਿਵਾਰ ਨੇ ਕਿਹਾ ਕਿ ਜੇਕਰ ਨਹੀਂ ਉੱਥੇ ਸਰਵਾਈਵ ਕੀਤਾ ਜਾ ਸਕਦਾ ਤਾਂ ਵਾਪਸ ਇੱਥੇ ਆ ਜਾਵੇ, ਪਰ ਉਹ ਵੀ ਜਿਹੜੀ ਗੱਲ ਹੈ ਕਿਤੇ ਨਾ ਕਿਤੇ ਨੇਪਰੇ ਨਹੀਂ ਚੜ ਸਕੀ। ਸੋ ਹੁਣ ਲੜਕੀ ਦੇ ਪਰਿਵਾਰ ਵੱਲੋਂ ਕਾਫੀ ਜਿਹੜੇ ਦੂਸ਼ਣ ਨੇ ਉਹ ਲਗਾਏ ਜਾ ਰਹੇ ਨੇ ਸਹੁਰਾ ਪਰਿਵਾਰ ਤੇ, ਇਹਨਾਂ ਦੇ ਪਤੀ ਤੇ, ਜਸਪ੍ਰੀਤ ਦੇ ਪਤੀ ਤੇ। ਔਰ ਜਸਪ੍ਰੀਤ ਦੇ ਪਤੀ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੀ ਉਹਨਾਂ ਦੀ ਡੈੱਡ ਬੋਡੀ ਹੈ ਉਸ ਨੂੰ ਉਹਨਾਂ ਦੇ ਪਿੰਡ ਵਿਖੇ ਲਿਆਉਣ ਦੀ ਪਰਮਿਸ਼ਨ ਦਿੱਤੀ ਜਾਵੇ, ਕਿਉਂਕਿ ਵਿਆਹ ਤੋਂ ਬਾਅਦ ਤਾਂ ਪਤੀ ਦਾ ਹੀ ਰਾਈਟ ਹੁੰਦਾ ਹੈਗਾ ਔਰ ਇਹ ਆਪਣੇ ਹੱਥੀਂ ਜਿਹੜਾ ਹੈ ਲਾਸਟ ਜਿਹੜੇ ਰਾਈਟਸ ਨੇ ਉਹ ਉਸ ਦੀਆਂ ਰਸਮਾਂ ਜਿਹੜੀਆਂ ਨੇ ਖੁਦ ਨਿਭਾਉਣਾ ਚਾਹੁੰਦੇ ਨੇ। ਅੰਕਲ, ਤੁਸੀਂ ਲੋਕਾਂ ਦੇ ਮਸਲੇ ਸੁਲਝਾਉਂਦੇ ਹੋਵੋਗੇ, ਲੋਕਾਂ ਦੇ ਮਸਲਿਆਂ ਦੇ ਵਿੱਚ ਜਾਂਦੇ ਹੋਵੋਗੇ, ਅੱਜ ਤੁਹਾਡੇ ਆਪਣੇ ਘਰ ਦਾ ਐਡਾ ਵੱਡਾ ਮਸਲਾ, ਕੀ ਤੁਸੀਂ ਕਹਿਣਾ ਚਾਹੋਗੇ? ਮੈਂ ਜੀ ਤੇਜਿੰਦਰ ਸਰਪੰਚ ਹਾਂ ਜੀ, ਮੇਰਾ ਨਾਮ ਤੇਜਿੰਦਰ। ਅਸੀਂ ਕੋਈ ਸਾਡੇ ਨਾਂ ਆਪਦੀ ਬੇਟੀ ਕੀ ਕਹਿੰਦੇ ਆ, ਰੋਜ਼ ਸਾਡੀ ਗੱਲਬਾਤ ਹੁੰਦੀ ਸੀਗੀ ਉਹਦੇ ਨਾਲ, ਬੇਟ ਕਰਕੇ ਨੂੰਹ ਨਾਲ। ਹੁਣ ਉਹ ਪੜ੍ਹਾਈ ਦੇ ਤੌਰ 'ਤੇ ਹੀ ਕੀ ਕਹਿੰਦੇ ਆ ਪੜ੍ਹੀ ਨਹੀਂ ਉੱਥੇ, ਜਦੋਂ ਕੀ ਕਹਿੰਦੇ ਅਸੀਂ ਸਾਰੇ ਪੈਸੇ ਲਾ ਕੇ ਤੋਰੇ। ਕੋਈ ਉੱਥੇ ਕਾਲਜ 'ਚ ਜਾ ਕੇ ਪਹਿਲਾਂ ਵੀ ਫੇਲ ਹੋ ਗਈ, ਦੂਜੀ ਵਾਰੀ ਵੀ ਕੀ ਕਹਿੰਦੇ ਆ ਹੁਣ 1 ਸਾਲ ਤੋਂ ਬਗੈਰ ਵੀਜ਼ੇ ਤੋਂ ਹੀ ਉਹ ਰਹਿ ਰਹੀ ਸੀਗੀ। ਅਸੀਂ ਕੀ ਕਹਿੰਦੇ ਚਲੋ ਉਹਦੇ ਮੁੰਡੇ ਦੇ ਹਾਂ ਐਕਸਪਾਇਰ ਹੋ ਗਿਆ ਸੀਗਾ ਜੀ। ਅਸੀਂ ਕੀ ਕਹਿੰਦੇ ਉਹ ਖਾਈ ਵਾਲੇ ਪਰਿਵਾਰ ਨਾਲ ਗੱਲ ਕਰੀ, ਅਸੀਂ ਕਿਹਾ ਇੱਥੇ ਨੂੰਹ ਨੂੰ ਮੰਗਾ ਲੈਂਦੇ ਹਾਂ, ਅਤੇ ਜੇ ਕੋਈ ਗੱਲਬਾਤ ਉਹ ਸਾਡੇ ਨਾਲ ਉਹਨਾਂ ਨੇ ਕੋਈ ਸਪੋਸ ਦਿੱਤਾ ਨਹੀਂ ਸਾਨੂੰ। ਅਸੀਂ ਐਂ ਵੀ ਕਿਹਾ ਸੀਗਾ ਉਹਦੇ 9 ਕਿੱਲਾ ਜ਼ਮੀਨ ਦਾ ਵੀ ਲਵਾ ਦਿੰਦੇ ਹਾਂ, ਅਤੇ ਕੁੜੀ ਆਉਣ ਨੂੰ ਤਿਆਰ ਸੀਗੀ। ਉਹਦਾ ਭਾਈ ਅਤੇ ਕੀ ਕਹਿੰਦੇ ਆ ਮਾਤਾ ਨਹੀਂ ਕੀ ਕਹਿੰਦੇ ਆ ਰਾਜੀ ਸੀ, ਰਿਸ਼ਤੇਦਾਰ ਸਾਰੇ, ਉਹਦਾ ਡੈਡੀ ਵੀ ਕੀ ਕਹਿੰਦੇ ਆ ਉੱਧਰੋਂ ਉਹ ਵੀ ਰਾਜੀ ਸੀਗਾ ਨਾਲ ਮੰਗਾਉਣ 'ਚ, ਰਿਸ਼ਤੇਦਾਰ ਮੰਗਾਉਣ 'ਚ ਰਾਜੀ ਸੀਗੇ। ਅਤੇ ਅਸੀਂ ਉਹਨਾਂ ਦੇ ਜਾ ਕੇ ਘਰੇ ਵੀ ਗਏ, ਹੋਰ ਵੀ ਅਸੀਂ ਕਿਹਾ ਸਾਰਿਆਂ ਨੂੰ, ਨਾਲ ਪੰਚਾਇਤ ਵੀ ਨਾਲ ਦੇ ਸਰਪੰਚ ਲੈ ਕੇ ਗਏ ਪਿੰਡਾਂ ਦੇ। ਹਾਂਜੀ, ਚਾਹੁੰਦੇ ਸੀ ਵੀ ਲੜਕੀ ਵਾਪਸ ਆ ਜਾਏ ਔਰ ਪੜ੍ਹਾਈ ਪੱਖੋਂ ਕਮਜ਼ੋਰ ਸੀਗੀ, ਤੁਸੀਂ ਦੱਸ ਦਿਓ। ਪਰ ਵਿਆਹ ਤੋਂ ਬਾਅਦ ਜਿਹੜਾ ਕਹਿੰਦੇ ਨੇ ਕਿ ਜਿਹੜਾ ਹੱਕ ਹੁੰਦਾ ਸਹੁਰਿਆਂ ਦਾ ਹੁੰਦਾ ਹੈ, ਤੇ ਤੁਹਾਡੀ ਗੱਲ ਨਹੀਂ ਮੰਨੀ ਗਈ। ਹਾਂਜੀ, ਸਾਡੀ ਗੱਲ ਨਹੀਂ ਕੋਈ ਐਂ ਕਰੀਏ। ਉਹ ਵੀ ਤਿਆਰ ਸੀਗੀ ਇੱਥੇ ਆਉਣ ਨੂੰ, ਲੜਕੀ ਵੀ ਕੀ ਕਹਿੰਦੇ ਆ ਨੂੰਹ ਮੇਰੀ ਆਉਣ ਨੂੰ ਤਿਆਰ ਸੀਗੀ, ਪਹਿਲਾਂ ਨਹੀਂ ਸੀਗੀ ਤਿਆਰ, ਫਿਰ ਬਾਅਦ 'ਚ ਹੋ ਗਈ ਸੀ ਤਿਆਰ। ਅਤੇ ਪਹਿਲਾਂ ਤਾਂ ਕਹਿੰਦੀ ਸੀ ਨਹੀਂ ਆਉਣਾ ਮੈਂ, ਜਦ ਫਿਰ ਕਹਿੰਦੀ ਸੀ ਆ ਜੂੰਗੀ। ਫਿਰ ਉਹ ਕਹਿੰਦੀ ਮੇਰਾ ਭਾਈ ਅਤੇ ਮੇਰੀ ਮਾਤਾ ਕਹਿੰਦੀ ਤੇਰੇ ਨਾਲ ਵਰਤਣਾ ਨਹੀਂ ਗਾ ਅਸੀਂ, ਜੇ ਤੂੰ ਇੱਥੇ ਆ ਗਈ ਤਾਂ। ਹਾਂਜੀ, ਉਹ ਸਾਰਾ ਅਸੀਂ ਉੱਥੇ ਵੀ ਗਏ, ਸਾਨੂੰ ਉਹਨਾਂ ਨੇ ਗਾਲਾਂ ਵੀ ਕੱਢੀਆਂ, ਖਾਈ ਗਏ ਅਸੀਂ ਕਦੋਂ ਉਹਦੇ ਪੇਕੇ ਪਰਿਵਾਰ। ਜਦੋਂ ਹੁਣ ਇਹ ਹਾਦਸਾ ਵਾਪਰਦੇ ਉਸ ਤੋਂ ਬਾਅਦ ਗਏ ਸੀ? ਉਦੋਂ ਵੀ ਗਏ ਆ, ਉਦੋਂ ਵੀ ਅਸੀਂ ਗਿਆ। ਡੈੱਡ ਬੋਡੀ ਆ ਕਿਹੜੀ ਅਸੀਂ ਆਪਦੇ ਪਿੰਡ ਮੰਗਾਉਣੀ ਆ, ਕਿੰਨਾ ਖਰਚਾ ਆਊਗਾ ਅਸੀਂ ਕਰਾਂਗੇ, ਉਹ ਵੀ ਨਹੀਂ ਉਹਨਾਂ ਨੇ ਕੋਈ ਕਰਿਆ। ਉਹਨਾਂ ਨੂੰ ਤਾਂ ਐਂ ਹੋ ਗਿਆ ਸਾਡੇ ਵੀਜ਼ੇ ਲੱਗ ਜਾਣ, ਅਸੀਂ ਕੈਨੇਡਾ ਜਾ ਵੜੀਏ ਆਪਦੇ, ਬਸ ਆਹ ਗੱਲ ਹੋਈ ਪਈ ਉਹਨਾਂ। ਪਿੰਡ ਸੋਈਆਂ ਤੋਂ ਸ਼ਬਦ ਚੈਨਲ ਦੇ ਲਈ ਆਕਾਂਸ਼ਾ ਸਕਸੈਨਾ।